ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸੋਮਵਾਰ 20 ਨਵੰਬਰ 2023, ਪੰਜਵਾਂ ਗੁਰੂ ਨਾਨਕ ਸ਼ਾਹੀ ਸੰਮਤ 555। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਦੇ ਵਿੱਚ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜੀਕੇ ਧਨੋਟਾ ਯੂਬਾ ਸਿਟੀ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਟਨੇਲਾ ਦੀ, ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। MK ਮਾਰਕੀਟ ਕਸ਼ਮੀਰ ਸਿੰਘ ਅਤੇ ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਅਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸੈਸ਼ਨ ਤੋਂ। ਸਰਦ ਰੁੱਤ ਦੇ ਸੈਸ਼ਨ ਦਾ ਐਲਾਨ ਹੋ ਗਿਆ ਜੀ। ਜੀ ਬਿਲਕੁਲ। ਦੇਖੋ, ਸੋਮਵਾਰ ਦਾ ਦਿਨ, ਹਫਤੇ ਦੀ ਸ਼ੁਰੂਆਤ ਤੇ ਸ਼ੁਰੂਆਤ ਦੇ ਵਿੱਚ ਹੀ ਕਿਆ ਬਾਤ ਹੈ ਜੀ। 28 ਤੇ 29 ਨੂੰ 2 ਰੋਜ਼ਾ ਇਹ ਕਰਨਗੇ ਜੀ ਸਰਦ ਰੁੱਤ ਦਾ ਸੈਸ਼ਨ। ਵੈਸੇ ਮੌਨਸੂਨ ਦਾ ਸੈਸ਼ਨ ਤੇ ਮੈਨੂੰ ਲੱਗਦਾ ਕਿ ਲਾਪਤਾ ਹੀ ਹੋ ਗਿਆ, ਉਹ ਤੇ ਵਿੱਚ ਵਿਚਾਲੇ ਹੀ ਉਲਝਣਾਂ ਦੇ ਵਿੱਚ ਖਪ ਗਿਆ ਕਿਤੇ। ਤੇ ਇਹ ਵੈਸੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਿਆਸਿਆ ਹੋਇਆ ਸੀਗਾ ਕਿ ਸ਼ਾਇਦ ਇਸ ਮਹੀਨੇ ਦੇ ਆਖਰ ਦੇ ਵਿੱਚ ਇੱਕ ਸੈਸ਼ਨ, ਛੋਟਾ ਜਿਹਾ ਸੈਸ਼ਨ, ਮਤਲਬ ਕਿ ਫਾਰਮੈਲਿਟੀ ਵਾਲਾ ਹੀ ਆ। ਹਾਲਾਂਕਿ ਹੋ ਸਕਦਾ ਐਕਸਟੈਂਡ ਕਰ ਦੇਣ ਕੋਈ ਇੱਕ ਅੱਧ ਦਿਨ, ਪਰ ਜ਼ਿਆਦਾ ਆਪਾਂ ਸਿਟਿੰਗ ਜਿਹੜੀਆਂ ਉਹ ਨਹੀਂ ਦੇਖਾਂਗੇ। ਤਾਂ ਦੇਖ ਲਓ ਕਿ ਜਿਹੜੇ ਲੋਕ ਆਪੋਜੀਸ਼ਨ 'ਚ ਰਹਿੰਦੇ ਆ, ਇਹ ਲਗਾਤਾਰ ਮੰਗ ਕਰਦੇ ਰਹੇ ਕਿ ਘੱਟੋ ਘੱਟ ਦੀ 40-50 ਸਿਟਿੰਗਾਂ ਤਾਂ ਇੱਕ ਸਾਲ 'ਚ ਹੋਣੀਆਂ ਚਾਹੀਦੀਆਂ। ਤੁਹਾਡੇ ਸਾਹਮਣੇ ਆ ਇਹ ਸੈਸ਼ਨ ਆਉਂਦਾ 1 ਦਿਨ ਦਾ, 2 ਦਿਨ ਦਾ, 1 ਦਿਨ ਦਾ, 2 ਦਿਨ ਦਾ। ਤੇ ਇਹਦੇ ਵਿੱਚ ਹੁਣ ਕੀ ਹੋਊਗਾ ਕੀ ਨਹੀਂ ਹੋਊਗਾ ਉਹ ਤੇ ਆਪਾਂ ਨੂੰ ਪਤਾ ਨਹੀਂ, ਕੀ ਬਿਜ਼ਨਸ ਲੈ ਕੇ ਆਉਂਦੇ ਨੇ। ਪਰੰਤੂ ਤੁਸੀਂ ਇਹ ਚੀਜ਼ ਦੇਖੋ ਕਿ ਅੱਜ ਸੱਤਾਧਾਰੀ ਹੋ ਕੇ ਕਿਸ ਤਰ੍ਹਾਂ ਦੇ ਛੋਟੇ ਛੋਟੇ ਸੈਸ਼ਨ ਜਿਹੜੇ ਆਪਾਂ ਦੇਖ ਰਹੇ ਹਾਂ, ਜਿਹੜੇ ਬੰਦੇ ਕਦੇ ਕਿਸੇ ਸਮੇਂ ਵੱਡੇ ਸੈਸ਼ਨਾਂ ਦੀ ਡਿਮਾਂਡ ਕਰਿਆ ਕਰਦੇ ਸੀ, ਮੰਗ ਕਰਿਆ ਕਰਦੇ ਸੀ। ਤਾਂ ਦੇਖੋ ਗੱਲ ਕੀ ਹੈ ਕਿ ਸੁਪਰੀਮ ਕੋਰਟ ਨੇ ਨਵੇੜਾ ਇੱਕ ਵਾਰੀ ਕਰ ਦਿੱਤਾ, ਫਿਰ ਇਹਨਾਂ ਨੇ ਜਿਹੜਾ ਉਹ ਬਜਟ ਇਜਲਾਸ ਸੀਗਾ ਉਹਦਾ ਪੱਕਾ ਉਠਾਣ ਕਰ ਦਿੱਤਾ, ਉਹਨੂੰ ਚੁੱਕ ਦਿੱਤਾ। ਤੇ ਫਿਰ ਉਸ ਤੋਂ ਬਾਅਦ ਸਰਦ ਰੁੱਤ ਦਾ ਜਿਹੜਾ ਸੈਸ਼ਨ ਸੱਦਿਆ ਗਿਆ, ਹਾਲਾਂਕਿ ਸਰਦ ਤਾਂ ਹਾਲੇ ਪੂਰੇ ਦਿਨ ਹੋਏ ਨਹੀਂ ਹੈ, ਹਾਲੇ ਵੀ ਥੋੜੀ ਥੋੜੀ ਕਿਤੇ ਨਾ ਕਿਤੇ ਕਹਿ ਲਓ ਕਿ ਗਰਮੀ ਜਿਹੀ ਹੈਗੀ ਆ, ਪੂਰੀ ਠੰਡ ਨਹੀਂ ਉਤਰੀ ਹਾਲੇ, ਜਿਹਨੂੰ ਆਪਾਂ ਜ਼ੋਰਦਾਰ ਠੰਡ ਕਹਿੰਦੇ ਆ। ਪਰ ਸਰਦ ਰੁੱਤ ਦਾ ਸੈਸ਼ਨ ਜਿਹੜਾ ਉਹ ਸ਼ਾਇਦ ਇਸ ਕਰਕੇ ਨਵੰਬਰ ਦੇ ਅਖੀਰਲੇ ਹਫ਼ਤੇ ਤੱਕ ਨਵੇੜਿਆ ਜਾ ਰਿਹਾ ਹੈ, ਕਿਉਂਕਿ ਅਗਾਂਹ ਜੇ ਆਪਾਂ ਵੇਖੀਏ ਤੇ ਇਲੈਕਸ਼ਨ ਜਿਹੜੇ ਆ ਉਹ ਕੁਝ ਕਰਵਾਏ ਜਾ ਸਕਦੇ ਆ। ਮਸਲਨ ਜਿੱਦਾਂ ਨਿਗਮਾਂ ਦਾ ਇਲੈਕਸ਼ਨ ਹੋਣਾ ਹੈ, ਫਿਰ ਨਾਲ ਕੁਝ ਕਾਉਂਸਲਾਂ ਨੇ ਤਕਰੀਬਨ 3 ਦਰਜਨ। ਤੇ ਇਸ ਤੋਂ ਇਲਾਵਾ ਪੰਚਾਇਤੀ ਇਲੈਕਸ਼ਨ ਵੀ ਹਰ ਹਾਲ ਦੇ ਵਿੱਚ ਇਹਨਾਂ ਨੇ ਜਨਵਰੀ ਦੇ ਵਿੱਚ ਮੁਕੰਮਲ ਕਰਨਾ ਹੈ, ਹਰ ਹਾਲ ਦੇ ਵਿੱਚ। ਸੋ ਇਸ ਕਰਕੇ ਇਹ ਚਾਹੁੰਦੇ ਹੋਣਗੇ ਕਿ ਛੇਤੀ ਤੋਂ ਛੇਤੀ ਜਿਹੜਾ ਸਰਦ ਰੁੱਤ ਦਾ ਸੈਸ਼ਨ ਹੈ ਉਸ ਨੂੰ ਬੁਲਾ ਕੇ ਤੇ ਉਸ ਤੋਂ ਬਾਅਦ ਫਿਰ ਅਗਲੀਆਂ ਕਾਰਵਾਈਆਂ ਵਾਸਤੇ ਜਿਹੜਾ ਕੰਮ ਹੈ ਉਹ ਸਿੱਧਾ ਕਰ ਲਈਏ। ਇਸ ਕਰਕੇ ਇਹਨਾਂ ਨੇ ਤਰੀਕ ਦੇ ਦਿੱਤੀ ਆ ਕਿ ਇਹ 2 ਰੋਜ਼ਾ ਜਿਹੜਾ ਆ 28 ਤੇ 29 ਨੂੰ ਵਿਧਾਨ ਸਭਾ ਦਾ ਸਰਦ ਰੁੱਤ ਦਾ ਜਿਹੜਾ ਸੈਸ਼ਨ ਆਊਗਾ। ਹੁਣ ਤੁਸੀਂ ਦੇਖੋ ਕਿ ਇਹੋ ਜਿਹੇ ਮੁੱਦੇ, ਇੰਨੇ ਮੁੱਦੇ, ਜਿਹੜੇ ਮੁੱਦਿਆਂ ਨਾਲ ਆਪਣਾ ਪੰਜਾਬ ਜੁੜਿਆ, 2 ਦਿਨਾਂ 'ਚ ਕੀ ਹੋਏਗਾ? ਕਿਉਂਕਿ ਪਹਿਲਾ ਦਿਨ ਤੇ ਤੁਹਾਨੂੰ ਪਤਾ ਹੀ ਆ, ਸ਼ਰਧਾਂਜਲੀ ਦੇ ਦਿੱਤੀ ਜੀ, ਆਹ ਕਰ ਦਿੱਤਾ, ਉਹ ਕਰ ਦਿੱਤਾ, ਕੰਮ ਹੁੰਦਾ ਨਹੀਂ ਹੈ। ਤਾਂ ਫਿਰ ਇੱਕ ਦਿਨ ਇਹਨਾਂ ਨੇ ਲੜਾਈ ਝਗੜਾ ਵੀ ਕਰਨਾ ਹੁੰਦਾ ਆਪਸ ਦੇ ਵਿੱਚ, ਤੁਹਾਨੂੰ ਪਤਾ ਹੀ ਆ। ਇਹ ਲੱਗਦਾ ਹੈ ਕਿ ਇਹ ਜਿਹੜੀ ਪਿਰਤ ਹੈ ਨਾ ਛੇਤੀ ਟੁੱਟਣੀ ਨਹੀਂ। ਇਹ ਛੋਟੀਆਂ ਛੋਟੀਆਂ ਬੈਠਕਾਂ, ਥੋੜੀਆਂ ਬੈਠਕਾਂ, ਤਾਂ ਘੱਟੋ ਘੱਟ ਯਾਰ ਤੁਸੀਂ ਸਿਆਲ ਪਾ ਕੇ, ਗਰਮੀ ਪਾ ਕੇ, ਜੋ ਵੀ ਮਾਨਸੂਨ ਦਾ, ਇਹ ਸਾਰੇ ਜਿੰਨੇ ਬਜਟ ਦਾ, ਤਾਂ ਘੱਟੋ ਘੱਟ 30-40 ਸਿਟੀਆਂ ਤਾਂ ਬਣਵਾਓ ਨਾ।
ਕਿਸੇ ਟਾਈਮ ਪੰਜਾਬ ਦੇ ਵਿੱਚ ਸਿਟੀਆਂ ਦਾ ਦੌਰ ਰਿਹਾ ਹੈ, ਪਰ ਹੁਣ ਤੇ ਬਿਲਕੁਲ ਹੀ ਘਟਦੀਆਂ ਜਾ ਰਹੀਆਂ। ਜੇ ਆਪਾਂ ਅਮਰਿੰਦਰ ਸਿੰਘ ਵੇਲੇ ਵੇਖੀਏ ਤੇ ਉੱਥੇ ਵੀ ਐਵਰੇਜ 1 ਸਾਲ ਦੀਆਂ ਜਿਹੜੀਆਂ ਸਿਟੀਆਂ ਸੀਗੀਆਂ ਉਹ ਇਹਨਾਂ ਦੀਆਂ ਬੈਠਕਾਂ ਮਸੀਂ ਮੈਨੂੰ ਲੱਗਦਾ ਕਿ 13 ਕਿ 14 ਸੀ ਐਵਰੇਜ 1 ਸਾਲ। ਜੀ ਜੀ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ। ਖਬਰ ਬੜੀ ਅਹਿਮ ਹੈ। ਸੰਧਵਾਂ ਸਾਹਿਬ ਕਹਿ ਰਹੇ ਨੇ ਕਿ ਕਰਤਾਰਪੁਰ ਸਾਹਿਬ ਵਿਖੇ ਬੇਅਦਬੀ ਨਹੀਂ ਹੋਈ ਜੀ। ਦੇਖੋ, ਇਹਦੇ ਚ ਕੀ ਆ ਕਿ ਇੱਕ ਵੀਡੀਓ ਵਾਇਰਲ ਹੋਈ ਪਈ ਆ ਜਿਹਦੇ ਚ ਇਹ ਦਾਅਵਾ ਕੀਤਾ ਗਿਆ ਹੈ ਕਿ ਕਰਤਾਰਪੁਰ ਸਾਹਿਬ ਦੇ ਵਿੱਚ ਜਿਹੜਾ ਮਤਲਬ ਕਿ ਏਰੀਆ ਕੰਪਲੈਕਸ ਹੀ ਹੈ ਜਿਹੜਾ, ਉਹਦੇ ਬਾਹਰਲੇ ਪਾਸੇ ਇੱਕ ਪਾਰਟੀ ਕੀਤੀ ਗਈ ਆ ਜਿੱਥੇ ਮੀਟ ਵੀ ਚੱਲਿਆ ਤੇ ਜਿੱਥੇ ਨਾਚ ਗਾਣਾ ਵੀ ਹੋਇਆ ਜੀ। ਇਹ ਬਹੁਤ ਜ਼ਿਆਦਾ ਮਤਲਬ ਕਿ ਨਾ ਖਬਰ ਚਰਚਿਤ ਹੈ ਕੱਲ ਦੀ, ਬਹੁਤ ਜ਼ਿਆਦਾ। ਹੁਣ ਇਹ ਜਿਹੜੇ ਹੈਗੇ ਨੇ ਸੰਧਵਾਂ ਸਾਹਿਬ ਸਪੀਕਰ, ਆਪਾਂ ਗੱਲ ਕਰਕੇ ਹਟੇ ਆ, ਵਿਧਾਨ ਸਭਾ ਸੈਸ਼ਨ ਦੀ ਗੱਲ ਕੀਤੀ ਆ ਕਿ ਇਹਨਾਂ ਦਾ ਤੁਹਾਨੂੰ ਪਤਾ ਬੜਾ ਪਿਆਰਾ ਅੰਦਾਜ਼ ਹੈ, ਬੈਠੋ ਤੁਸੀਂ ਵੀ ਬੈਠੋ, ਤਾਂ ਮਤਲਬ ਕਿ ਉਹ ਲੋਕ ਬਹੁਤ ਪਿਆਰ ਨਾਲ ਇਹਨਾਂ ਨੂੰ ਸੁਣਦੇ ਆ। ਇਹ ਤੇ ਕੁਝ ਵਿਧਾਇਕ ਗਏ ਸਨ ਉੱਥੇ। ਅੱਛਾ, ਹੁਣ ਜਿਹੜੀ ਗੱਲ ਕਹੀ ਜਾ ਰਹੀ ਸੀ ਕਿ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਜਿਹੜਾ ਹੁੰਦਾ PMU, ਵੀ ਉੱਥੇ ਉਹ ਸਾਰਾ ਕੁਝ ਹੋਇਆ ਤੇ ਜਿਹੜਾ ਉੱਥੋਂ ਦਾ ਮੁੱਖ ਕਾਰਜਕਾਰੀ ਅਧਿਕਾਰੀ ਆ ਮੁਹੰਮਦ ਅਬੂ ਬਕਰ ਆਫਤਾਬ ਕੁਰੈਸ਼ੀ, ਤੇ ਇਹਦੇ ਤੇ ਸਾਰੀ ਜਿਹੜੀ ਗਾਸ ਆ ਉਹ ਡਿੱਗ ਰਹੀ ਸੀ। ਅਖਬਾਰ ਜਿਹੜੇ ਤੁਸੀਂ ਅੱਜ ਦੇ ਪੜ੍ਹੋਗੇ, ਪੰਜਾਬੀ ਅਖਬਾਰ ਖਾਸ ਤੌਰ ਤੇ, ਚਾਹੇ ਉਹ ਖਬਰ ਇਸਲਾਮਾਬਾਦ ਤੋਂ ਲੱਗੀ ਹੈ ਚਾਹੇ ਇੱਧਰੋਂ ਲੱਗੀ ਹੈ, ਤਾਂ ਉਹਦੇ ਚ ਇਹ ਗੱਲ ਕਹੀ ਗਈ ਹੈ ਕਿ ਇਹ ਪਾਰਟੀ ਜਿਹੜੀ ਹੈ ਨਾ ਉਹ ਬਿਲਕੁਲ ਮਤਲਬ ਕਿ ਹਦੂਦ ਚ ਹੋਈ ਹੈ ਤੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਤੋਂ ਤਕਰੀਬਨ ਕੁਝ ਮਤਲਬ ਕਿ ਲਾ ਲਓ ਕੋਈ 20-50 ਫੁੱਟ ਦੀ ਦੂਰੀ ਇਹ ਇਦਾਂ ਦੀਆਂ ਗੱਲਾਂ ਹੋਈਆਂ ਨੇ। ਅੱਛਾ, ਹੁਣ ਦੇਖੋ ਇਹ ਸਾਰਾ ਕੁਝ ਜਦੋਂ ਹੋਇਆ ਉਸ ਤੋਂ ਬਾਅਦ ਇਕਬਾਲ ਸਿੰਘ ਲਾਲਪੁਰਾ, ਮਨਜਿੰਦਰ ਸਿੰਘ ਸਿਰਸਾ, ਇਹਨਾਂ ਨੇ ਇਹ ਮੁੱਦਾ ਚੁੱਕਿਆ। ਚਲੋ ਮੁੱਦਾ ਚੁੱਕਿਆ ਵੀ ਜਾਣਾ ਸੀ, ਤੁਹਾਨੂੰ ਪਤਾ ਹੀ ਹੈ, ਮੁੱਦਾ ਧਰਮ ਦੇ ਨਾਲ ਜੁੜਿਆ ਹੋਣ ਕਰਕੇ, ਮਰਿਆਦਾ ਦੇ ਨਾਲ ਜੁੜਿਆ ਹੋਣ ਕਰਕੇ। ਤਾਂ ਹੁਣ ਸੰਧਵਾਂ ਸਾਹਿਬ ਜਿਹੜੇ ਗਏ ਨੇ, ਇਹਨਾਂ ਨੇ ਇੱਕ ਦਾਅਵਾ ਇਹ ਕੀਤਾ ਆ ਕਿ ਮੈਂ ਭਾਈ ਉੱਥੇ ਜਾ ਕੇ ਮਿਲਿਆ ਹੈਡ ਗ੍ਰੰਥੀ ਭਾਈ ਗੋਬਿੰਦ ਸਿੰਘ ਨੂੰ, ਉਹਨਾਂ ਨੇ ਸਵਾਗਤ ਕੀਤਾ ਤੇ ਉਹ ਕਹਿੰਦੇ ਆ ਕਿ ਭਾਈ ਉੱਥੇ ਜਿਹੜੀ ਨੌਨ ਵੈਜ ਤੇ ਡਾਂਸ ਪਾਰਟੀ ਦਾ ਜਿਹੜਾ ਵਿਵਾਦ ਕੀਤਾ ਜਾ ਰਿਹਾ ਇਹਦੇ ਚ ਕੋਈ ਸੱਚਾਈ ਨਹੀਂ ਹੈ। ਉਹ ਕਹਿੰਦੇ ਜੀ ਕਿ ਜੋ ਪਾਰਟੀ ਉੱਥੇ ਹੋਈ ਆ, ਨੌਨ ਵੈਜ ਪਾਰਟੀ ਜੋ ਵੀ ਆ, ਜੋ ਉੱਥੇ ਹੋਇਆ ਉਹ ਤਕਰੀਬਨ ਗੁਰੂ ਘਰ ਤੋਂ 2 ਕਿਲੋਮੀਟਰ ਦੂਰ ਆ, 2 ਕਿਲੋਮੀਟਰ ਦੂਰ ਆ। ਤੇ ਨਾਲ ਹੀ ਇਹਨਾਂ ਨੇ ਜਿਹੜੇ ਪਾਕਿਸਤਾਨੀ ਆਫੀਸਰ ਆ ਉੱਥੇ ਜਿਹੜੇ ਤੈਨਾਤ ਆ, ਉਹਨਾਂ ਨੂੰ ਵੀ ਕਲੀਨ ਚਿੱਟ ਦਿੱਤੀ ਹੈ ਕਿ ਭਾਈ ਉੱਥੇ ਐਸਾ ਕੁਝ ਹੈ ਹੀ ਨਹੀਂ ਹੈ। ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਵਿਰੋਧਾਭਾਸ ਜਿਹਾ ਖੜਾ ਹੋ ਜਾਂਦਾ ਆ ਕਿ ਇੱਕ ਪਾਸੇ ਦਾਅਵੇ ਇਹ ਕੀਤੇ ਗਏ ਕਿ ਭਾਈ ਉੱਥੇ ਕੁਝ ਫੀਟ ਦੀ ਦੂਰੀ ਤੇ ਇਹ ਸਾਰਾ ਕੁਝ ਚੱਲਿਆ, ਤਾਂ ਦੂਸਰੇ ਪਾਸੇ ਬਿਲਕੁਲ ਉਲਟ ਸੰਧਵਾਂ ਸਾਹਿਬ ਜਿਹੜੇ ਕੁਝ ਆਪਣੇ MLA ਦੇ ਨਾਲ ਗਏ ਸਨ ਨਤਮਸਤਕ ਹੋਣ, ਤੇ ਉਹ ਕਹਿੰਦੇ ਆ ਕਿ ਨਹੀਂ, ਉੱਥੋਂ 2 ਕਿਲੋਮੀਟਰ ਦੀ ਦੂਰੀ ਤੇ ਸਭ ਕੁਝ ਹੋਇਆ, ਉੱਥੇ ਕਲੀਨ ਚਿੱਟ ਦਿੰਦੇ ਨਜ਼ਰ ਆ ਰਹੇ। ਪਰ ਗੱਲ ਇਹ ਆ ਪ੍ਰਵੀਨ ਜੀ ਕਿ ਦੇਖੋ, ਚਲੋ ਇਹ ਤਾਂ ਹੁਣ ਉੱਥੋਂ ਦੇ ਮੈਨੇਜਮੈਂਟ ਦੱਸ ਸਕਦੀ ਆ, ਉੱਥੋਂ ਦੇ ਅਧਿਕਾਰੀ ਦੱਸ ਸਕਦੇ ਆ, ਪਰ ਗੱਲ ਇਹ ਆ ਕਿ ਜੇ ਕਿਸੇ ਨੇ ਇਸ ਗੱਲ ਨੂੰ ਝੂਠਿਆ ਫੈਲਾਇਆ, ਹੁਣ ਪਾਰਟੀ ਤੇ ਇਹ ਵੀ ਮੰਨੀ ਜਾਂਦੇ ਕਿ 2 ਕਿਲੋਮੀਟਰ ਦੂਰ, ਤੇ ਜੇ ਕਿਸੇ ਨੇ ਫੈਲਾਇਆ ਇਹ ਕਹਿ ਕੇ ਕਿ ਇਹ ਬਿਲਕੁਲ ਹਦੂਦ ਦੇ ਵਿੱਚ ਹੋਇਆ, ਫਿਰ ਉਹਦੀ ਮਨਸ਼ਾ ਕੀ ਹੈ? ਕਿ ਬਦਨਾਮ ਕੀਤਾ ਜਾ ਰਿਹਾ ਜਾਂ ਭਾਰਤ ਪਾਕਿਸਤਾਨ ਦੇ ਜਿਸ ਤਰ੍ਹਾਂ ਦੇ ਰਿਸ਼ਤੇ ਤਾਲੁਕਾਤ ਹੋਏ ਪਏ ਆ, ਕੀ ਹੁਣ ਇਹ ਪਾਟਕ ਇਧਰ ਨੂੰ ਵੀ ਵਧਾਇਆ ਜਾ ਰਿਹਾ? ਇਹ ਫਿਰ ਇਹ ਸਮਝੀਏ। ਪਰ ਇਸ ਤੋਂ ਪਹਿਲਾਂ ਵੀ ਆਪਾਂ ਇੱਕ ਚੀਜ਼ ਦੇਖੀ ਆ ਕਿ ਇੱਕ ਮਾਡਲ ਨੇ ਜਿਸ ਤਰ੍ਹਾਂ ਆ ਕੇ ਉੱਥੇ ਕੀਤਾ ਸੀਗਾ, ਉਦੋਂ ਵੀ ਕੁਝ ਲੋਕਾਂ ਨੇ ਕਿਹਾ ਸੀਗਾ ਕਿ ਨਹੀਂ ਇਹ ਝੂਠ ਹੈ, ਪਰ ਬਾਅਦ ਦੇ ਵਿੱਚ ਉਹ ਸਾਰੀਆਂ ਵੀਡੀਓਜ਼ ਵਗੈਰਾ ਜਿਹੜੀਆਂ ਸੀਗੀਆਂ ਵਾਇਰਲ ਹੋ ਗਈਆਂ ਸੀਗੀਆਂ। ਇਹਦੇ ਚ ਹੁਣ ਉੱਥੋਂ ਦਾ, ਕਿਉਂਕਿ ਤੁਹਾਨੂੰ ਪਤਾ ਹੀ ਸਿੱਖ ਭਾਈਚਾਰਾ ਹੈ, ਉਹਨਾਂ ਦੀ ਆਪਣੀ ਕਮੇਟੀ ਹੈ ਇੱਕ ਤਰ੍ਹਾਂ ਨਾਲ, ਇਹ ਤਾਂ ਉਹਨਾਂ ਨੂੰ ਚਾਹੀਦਾ ਹੈ ਨਾ ਉਹ ਨਿਤਾਰਾ ਕਰਨ ਬਈ ਗੱਲ ਕੀ ਹੈ ਅਸਲ ਦੇ ਵਿੱਚ। ਕਿ ਜੇਕਰ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਹੋਇਆ ਤੇ ਫਿਰ ਤੇ ਬਹੁਤ ਮਾੜੀ ਗੱਲ ਹੈ, ਤੇ ਜੇ ਉਹਨੂੰ ਕੋਈ ਢੱਕਣ ਦਾ ਵੀ ਯਤਨ ਕਰਦਾ ਪਿਆ ਤਾਂ ਬਹੁਤ ਦੁਖਦ ਗੱਲ ਹੈ। ਪਰੰਤੂ ਜੇ ਕੋਈ ਇਸ ਤਰ੍ਹਾਂ ਬਦਨਾਮ ਕਰਨ ਵਾਸਤੇ ਕਰ ਰਿਹਾ ਤੇ ਮਨਜਿੰਦਰ ਸਿੰਘ ਸਿਰਸੇ ਹੋ ਰਹੀ, ਉਹ ਪੂਰਾ ਹੁਣ ਗੱਜ ਵਜਾ ਕੇ ਉਹ ਉਹਦੇ ਤੇ ਰਿਐਕਸ਼ਨ ਦੇ ਰਹੇ ਆ, ਤਾਂ ਫਿਰ ਇਹ ਵੀ ਕੋਈ ਘੱਟ ਚਿੰਤਾ ਵਾਲੀ ਗੱਲ ਨਹੀਂ ਹੈ। ਕਿ ਹੁਣ ਤੁਸੀਂ ਇਹੋ ਜੀ
ਰਾਜਨੀਤੀ ਕਰੋਗੇ ਜਾਂ ਇਹੋ ਜਿਹਾ ਤੁਸੀਂ ਨੁਕਸਾਨ ਕਰੋਗੇ ਕਿ ਜਿਹਦੇ ਵਿੱਚ ਧਰਮ ਦਾ ਸਹਾਰਾ ਲਿਆ ਜਾਵੇ ਬਦਨਾਮ ਨਹੀਂ ਕਰਨ ਦਾ। ਸੋ ਇਹ ਆ ਕਿ ਹੁਣ ਜਾਂਚ ਪੜਤਾਲ ਕੋਈ ਹੋਵੇ ਫਿਰ ਪੱਕਾ ਪਤਾ ਲੱਗੇ, ਕਿਉਂਕਿ ਜਿਹੜੀਆਂ ਖਬਰਾਂ ਨੇ ਉਹ ਦੋਨਾਂ ਤਰ੍ਹਾਂ ਦੀਆਂ ਨੇ। ਤੇ ਕੁਝ ਅਖਬਾਰਾਂ ਨੇ ਲਿਖਿਆ ਕਿ ਕੁਝ ਫੀਟ ਦੀ ਦੂਰੀ ਤੇ ਹੁਣ ਸੰਧਵਾ ਸਾਹਿਬ ਜਾ ਕੇ ਆਏ ਨੇ, ਇਹਨਾਂ ਨੇ ਨਵਾਂ ਦਾਅਵਾ ਕਰ ਦਿੱਤਾ। ਹਾਲਾਂਕਿ ਭਾਰਤੀ ਜਨਤਾ ਪਾਰਟੀ ਦੇ ਇੱਕ ਲੀਡਰ ਨੂੰ ਮੈਂ ਸੁਣ ਰਿਹਾ ਸਾਂ ਡਿਬੇਟ ਦੇ ਵਿੱਚ, ਉਹ ਕਹਿੰਦੇ ਜੀ ਕਿ ਇਹ ਤਾਂ ਕਲੀਨ ਚਿੱਟ ਦੇ ਆਏ ਪਾਕਿਸਤਾਨ ਨੇ। ਤਾਂ ਉਹਨਾਂ ਦਾ ਕਹਿਣਾ ਇਹ ਆ ਕਿ ਇਹ ਤੇ ਕਲੀਨ ਚਿੱਟ ਦੇ ਕੇ ਤੇ ਉਹਨਾਂ ਨੂੰ ਬਰੀ ਕਰ ਆਏ ਆ। ਜੀ ਜੀ। ਤੇ ਮਿੰਟੂ ਜੀ, ਇਸੇ ਨਾਲ ਦੀ ਘਟਨਾ ਇੱਕ ਬਟਾਲਾ ਦੇ ਵਿੱਚ ਵਾਪਰੀ ਹੈ ਜੀ, ਬੇਅਦਬੀ ਨੂੰ ਅੰਜਾਮ ਦਿੱਤਾ ਗਿਆ ਜੀ। ਹਾਂਜੀ ਦੇਖੋ, ਇਹ ਜੋ ਹੋਈ ਹੈ ਨਾ ਘਟਨਾ, ਇਹਦੇ ਵਿੱਚ ਇੱਕ ਚੀਜ਼ ਹੋਰ ਵੇਖਣ ਵਾਲੀ, ਜੇ ਬੜੀਆਂ ਗੱਲਾਂ ਨਾ ਵਿਚਿੱਤਰ ਦੀਆਂ ਪਰਦੀਆਂ ਪਈਆਂ ਨੇ। ਇਹ 12 ਸਾਲ ਦਾ ਜਵਾਕ ਆ, ਹਿਸਾਬ ਲਾ ਲਓ, ਜਿਸਨੇ ਇਹ ਘਿਨਾਉਣਾ ਕੰਮ ਕੀਤਾ ਹੈ। ਇਹ ਥਾਣਾ ਹੈਗਾ ਰੰਗੜ ਮੰਗਲ ਪੈਂਦਾ, ਤੇ ਉੱਥੇ ਮਤਲਬ ਕਿ ਇਹ ਸਾਰਾ ਕੁਝ ਵਾਪਰਿਆ। ਬਟਾਲੇ ਦੇ ਲਾਗੇ ਇੱਕ ਪਿੰਡ ਹੈ ਸਦਾਰਨ ਸ਼ਹਿਰ, ਉੱਥੋਂ ਦੀ ਇਹ ਘਟਨਾ ਹੈ। ਤੇ ਦੱਸਦੇ ਆ ਕਿ ਮਾਹੌਲ ਕਾਫੀ ਇੱਕ ਵਾਰੀ ਤੇ ਤਣਾਅ ਵਾਲਾ ਹੋ ਗਿਆ ਸੀਗਾ। ਇਹ ਸਾਰੀ ਘਟਨਾ ਜਿਹੜੀ ਸੀਗੀ ਉਹ ਸੀਸੀਟੀਵੀ ਕੈਮਰੇ ਦੇ ਵਿੱਚ, ਤੁਹਾਨੂੰ ਪਤਾ ਹੀ ਹੈ ਨਾ ਕਿ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਕੁਝ ਕੁ ਨੂੰ ਛੱਡ ਕੇ, ਵੈਸੇ ਤਾਂ ਮੈਨੂੰ ਲੱਗਦਾ ਆਲਮੋਸਟ ਹੀ ਆ ਕਿ ਲੱਗੇ ਹੀ ਹੋਏ ਆ, ਤੇ ਸੀਸੀਟੀਵੀ ਕੈਮਰੇ ਜ਼ਰੂਰ ਲੱਗੇ ਹੋਏ ਨੇ। ਤੇ ਘੱਟੋ ਘੱਟ ਚਲੋ ਇਹਨਾਂ ਚੀਜ਼ਾਂ ਦਾ ਪਤਾ ਤੇ ਲੱਗਦਾ ਪਿਆ ਨਾ। ਵੈਸੇ ਤਾਂ ਬਹੁਤ ਬਦਕਿਸਮਤੀ ਵਾਲੀ ਗੱਲ ਆ ਕਿ ਇਹ ਸਿਲਸਿਲਾ ਤੇ ਹੁਣ ਰੁਕਦਾ ਹੀ ਨਹੀਂ ਪਿਆ। ਅੱਛਾ, ਇਹ ਮਤਲਬ ਕਿ ਜਿੱਦਾਂ ਸਾਰਾ ਕੁਝ ਹੋਇਆ ਉਹ ਰਿਕਾਰਡ ਹੋਇਆ ਕੈਮਰੇ ਦੇ ਵਿੱਚ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਇਹ ਪਾੜ ਕੇ ਜਵਾਕ ਹੈ ਜਿਹੜਾ ਬੜੀ ਤੇਜ਼ੀ ਦੇ ਨਾਲ, ਬੜੀ ਫੁਰਤੀ ਦੇ ਨਾਲ ਤੇ ਬਾਹਰ ਨਿਕਲ ਜਾਂਦਾ ਜੀ। ਫਿਰ ਜਦੋਂ ਘਟਨਾ ਦਾ ਪਤਾ ਲੱਗਿਆ, ਗੁਰੂ ਘਰ ਦੇ ਜਿਹੜੇ ਗ੍ਰੰਥੀ ਸਿੰਘ ਸੀਗੇ ਤਾਂ ਉਹਨਾਂ ਨੇ ਵੇਖਿਆ ਰੁਮਾਲੇ ਦੇ ਨਾਲ ਵੀ ਛੇੜਛਾੜ ਹੋਈ ਸੀ। ਫਿਰ ਉਸ ਤੋਂ ਬਾਅਦ ਗੁਰੂ ਘਰ ਦੇ ਜਿਹੜੇ ਹੋਰ ਪ੍ਰਬੰਧਕ ਸੀ ਉਹਨਾਂ ਨੂੰ ਸੂਚਿਤ ਕੀਤਾ ਗਿਆ, ਤੇ ਉਸ ਤੋਂ ਬਾਅਦ ਫਿਰ ਸਤਿਕਾਰ ਕਮੇਟੀ ਵਾਲੇ ਤੇ ਹੋਰ ਵੀ ਕੁਝ ਪੰਥਕ ਲੀਡਰ ਪਹੁੰਚਦੇ ਨੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਬੱਚਾ ਕੀ ਆਪਣੇ ਆਪ ਹੀ ਇਹ ਸਭ ਕੁਝ ਕਰ ਰਿਹਾ ਜਾਂ ਬੱਚੇ ਨੂੰ ਭੇਜਿਆ ਗਿਆ, ਕਿਸੇ ਨੇ ਭੇਜਵਾਇਆ? ਇਹ ਤਾਂ ਹੁਣ ਜਾਂਚ ਪੜਤਾਲ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਕੀ ਦੇਖੋ, ਜੇ ਬੱਚੇ ਦੀ ਮਾਨਸਿਕਤਾ ਇਸ ਤਰ੍ਹਾਂ ਦੀ ਆ ਤੇ ਬੜੀ ਖਤਰਨਾਕ ਹੈ। ਫਿਰ ਤਾਂ ਜੇ ਬੱਚਾ ਆਪਣੇ ਪੱਧਰ ਤੇ ਆਪ ਇਹ ਸਾਰਾ ਕੁਝ ਕਰ ਰਿਹਾ, ਚਲੋ ਆਪਾਂ ਹੁਣ ਬੱਚੇ ਨੂੰ ਕੀ ਕਹਿ ਸਕਦੇ ਆ, ਪਰ ਜੇ ਉਹ ਬੱਚਾ ਇਸ ਤਰ੍ਹਾਂ ਦੀ ਕੋਈ ਗੱਲ ਕਰ ਰਿਹਾ ਹੈ, ਬੜੀ ਖਤਰਨਾਕ ਮਾਨਸਿਕਤਾ ਫਿਰ ਤਾਂ ਉਸਦੀ। ਤੇ ਜੇ ਕੋਈ ਕਰਵਾ ਰਿਹਾ ਉਹ ਫਿਰ ਉਹਦੀ ਮਾਨਸਿਕਤਾ ਕਿਹੜੀ ਕੋਈ ਥੋੜੀ ਖਤਰਨਾਕ ਹੈ, ਜਿਹੜੇ ਬੱਚਿਆਂ ਦਾ ਹੀ ਸਹਾਰਾ ਲੈਣ ਲੱਗ ਪਏ। ਜੀ ਜੀ ਬਿਲਕੁਲ। ਮਤਲਬ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਬਹੁਤ ਹੀ ਹਿਰਦੇ ਵਿਲੁੰਦਰਨ ਵਾਲੀਆਂ ਵਾਪਰਦੀਆਂ ਪਈਆਂ, ਸਮਝ ਤੋਂ ਬਾਹਰ ਆ। ਕਦੇ ਕੋਈ ਪਾਗਲ ਆ ਜਾਂਦਾ ਜੀ, ਉਹਨੂੰ ਵੀ ਧਾਰਮਿਕ ਸਥਾਨ ਹੀ ਦਿਖਦੇ ਆ। ਕਦੇ ਕੋਈ ਬਾਹਰੋਂ ਆ ਜਾਂਦਾ ਜੀ, ਦੂਰੋਂ ਆ ਜਾਂਦਾ। ਸੋ ਇਹ ਸਮਝ ਤੋਂ ਬਾਹਰ ਦੀ ਗੱਲ ਆ। ਔਰ ਗੱਲ ਜਿਹੜੀ ਹੈ ਉਹ ਸੋਚਣ ਵਾਲੀ, ਵਿਚਾਰਨ ਵਾਲੀ ਹੈ ਕਿ 12 ਸਾਲ ਦਾ ਬੱਚਾ, ਇਹ ਬੱਚੇ ਨੂੰ ਇਹ ਨਹੀਂ ਸਿਖਾਇਆ ਜਾਂਦਾ ਕਿ ਗੁਰੂ ਘਰ ਕਿਵੇਂ ਜਾਣਾ। ਫਿਰ ਉਹਨੇ ਸਿਰ ਕੱਜਿਆ ਹੋਇਆ, ਮਤਲਬ ਕਿ ਸਿਰ ਢਕਿਆ ਤੇ ਸਾਰਾ ਕੁਝ ਮਤਲਬ ਕਿ ਬੰਨਿਆ, ਸ਼ਾਇਦ ਉਹਨੇ ਦੁਮਾਲਾ ਬੰਨਿਆ ਜਾਂ ਬੰਨਿਆ, ਸੌਰੀ ਸਾਫਾ ਕੁਛ ਇਸ ਤਰ੍ਹਾਂ ਦਾ ਲੱਗਿਆ ਮੈਨੂੰ ਵੀਡੀਓ 'ਚ। ਤਾਂ ਮਤਲਬ ਕਿ ਜੇ ਉਹਨੂੰ ਸਾਰੀ ਇਹ ਸੁਧਾ ਹੈਗੀ ਆ, ਸਾਰੀ ਉਹਨੂੰ ਸੂਝ ਆ, ਤੇ ਫਿਰ ਇਹ ਨਹੀਂ ਪਤਾ ਕਿ ਗੁਰੂ ਸਾਹਿਬ ਦਾ ਸਤਿਕਾਰ ਕਿਵੇਂ ਕਰਨਾ, ਇਸ ਤਰ੍ਹਾਂ ਕਰਨਾ। ਤੇ ਕੀ ਅਸੀਂ ਆਪਣੇ ਬੱਚਿਆਂ ਨੂੰ ਪੰਜਾਬ 'ਚ ਇਹ ਚੀਜ਼ਾਂ ਨਹੀਂ ਸਿਖਾ ਪਾ ਰਹੇ ਜੀ? ਇਹ ਬੜੇ ਸਵਾਲ ਨੇ। ਇਹ ਕੋਈ ਸਧਾਰਨ ਘਟਨਾ ਨਹੀਂ ਹੈ, ਮੈਂ ਉਸਨੂੰ ਗੈਰ ਸਧਾਰਨ ਘਟਨਾ ਹੀ ਮੰਨਦਾ। ਕਿਉਂਕਿ ਆਪਣੇ ਤਾਂ ਬੱਚੇ ਤੁਸੀਂ ਵੇਖ ਲਓ, ਇਹੋ ਜਿਹੀ ਸਿੱਖਿਆ ਹੁੰਦੀ ਹੈ ਕਿ ਸੜਕ ਤੇ ਤੁਰਨਾ ਆਵੇ ਨਾ ਆਵੇ, ਪਰ ਗੁਰੂ ਘਰ ਕਿਵੇਂ ਜਾਣਾ ਤੁਹਾਨੂੰ ਪਤਾ। ਛੋਟੇ ਤੋਂ ਛੋਟਾ ਬੱਚਾ ਵੀ ਰੁਮਾਲ ਬੰਨ ਲੈਂਦਾ। ਹਾਂਜੀ ਹਾਂਜੀ ਬਿਲਕੁਲ। ਛੋਟੇ ਤੋਂ ਛੋਟਾ ਬੱਚਾ ਵੀ ਮਤਲਬ ਕਿ ਮਾੜਾ ਜਿਹਾ ਸੰਭਲਦਾ ਤੇ ਉਹ ਸ਼ੂਜ਼ ਆਪਣੇ ਸੈਂਡਲ ਲਾ ਕੇ ਜਾਂਦਾ ਹੈ। ਇਹ ਕਿਉਂ ਹੋਇਆ? ਇਹ ਤੇ ਹੁਣ ਮਤਲਬ ਕਿ ਉੱਥੋਂ ਦਾ ਸਾਰਾ ਹੁਣ ਜਿਹੜਾ ਹੈਗਾ ਪੰਥਕ ਲੀਡਰਾਂ ਦਾ ਜਾਂ ਜਿਹੜੇ ਉੱਥੋਂ ਦੇ ਪੁਲਿਸ ਆਫਿਸਰ ਆ, ਇਹਨਾਂ ਦਾ ਹੀ ਹੁਣ ਜਿਹੜਾ ਸਾਰਾ ਪਤਾ ਲਾ ਕੇ ਜੇ ਕੋਈ ਪੱਖ ਆਇਆ ਤੇ ਫਿਰ ਹੀ ਆਪਾਂ ਕਿਸੇ ਨਤੀਜੇ ਤੇ ਪਹੁੰਚਦੇ ਹਾਂ। ਉਦੋਂ ਹੀ ਪਹੁੰਚਣਾ ਵੀ ਚਾਹੀਦਾ ਹੈ, ਪਰ ਬਹੁਤ ਇਹ ਘਟਨਾ ਦੁਖਦ ਘਟਨਾ ਹੈ। ਜੀ ਜੀ। ਤੇ ਮਿੰਟ ਜੀ ਗੱਲ ਕਰੀਏ ਆਪਾਂ ਸੂਬੇ ਦੇ ਵਿੱਚ, ਕਹਿੰਦੇ ਪੰਜਾਬ ਪੁਲਿਸ ਅਫਸਰਾਂ ਦੇ ਥੋਕ ਦੇ ਵਿੱਚ ਤਬਾਦਲੇ ਹੋਏ ਆ ਜੀ। ਹਾਂਜੀ ਦੇਖੋ, ਇਹ 31 IPS ਅਫਸਰ ਇਹਨਾਂ ਨੇ ਅੱਜ ਬਦਲ ਦਿੱਤੇ ਆ। ਅੰਮ੍ਰਿਤਸਰ ਦੇ CP ਸਮੇਤ
7 ਜ਼ਿਲ੍ਹਿਆਂ ਦੇ ਐਸਐਸਪੀ ਜਿਹੜੇ ਆ ਬਦਲ ਦਿੱਤੇ ਆ। ਨਿਹਾਲ ਸਿੰਘ ਇਹ ਅੰਮ੍ਰਿਤਸਰ ਹੁੰਦੇ ਸੀ ਤੇ ਇਹਨਾਂ ਦੀ ਕੋਈ ਪੋਸਟਿੰਗ ਨਹੀਂ ਆਲੇ, ਹਵਾਈ ਆ ਕੰਮ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਫਾਇਰਿੰਗ ਦੀਆਂ ਘਟਨਾਵਾਂ ਹੋਈਆਂ ਨੇ। ਜੇ ਤੁਸੀਂ 5-7 ਦਿਨ ਦਾ ਡਾਟਾ ਚੈੱਕ ਕਰੋਗੇ ਨਾ, ਬਹੁਤ ਹੀ ਘਟਨਾਵਾਂ ਵਾਪਰੀਆਂ। ਅੰਮ੍ਰਿਤਸਰ ਤਾਂ ਇੰਨਾ ਜ਼ਿਆਦਾ ਕ੍ਰਾਈਮ ਹੋਇਆ ਪਿਆ ਨਾ, ਡੇਲੀ ਜਦੋਂ ਤੁਸੀਂ ਕੋਈ ਸ਼ਹਿਰ ਦਾ ਦੇਖਣਾ ਹੋਵੇ ਨਾ ਹਿਸਾਬ ਕਿਤਾਬ, ਅੱਜ ਕੱਲ ਲੋਕਲ ਐਡੀਸ਼ਨ ਜਿਹੜੇ ਹੁੰਦੇ ਨੇ ਉਹ ਪੜ੍ਹਨੇ ਹੁੰਦੇ ਆ। ਲੋਕਲ ਐਡੀਸ਼ਨ ਚ ਤੁਹਾਨੂੰ ਪਤਾ ਲੱਗਦਾ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਸ਼ਹਿਰ ਦਾ। ਅੰਮ੍ਰਿਤਸਰ ਦਾ ਮੈਂ ਦੇਖਿਆ ਕਿ ਬਹੁਤ ਬਹੁਤ ਬੁਰਾ ਹਾਲ ਹੋਇਆ ਪਿਆ ਇਸ ਵਕਤ। ਹੁਣ ਇਹਨਾਂ ਤੇ ਦਾਜ ਡਿੱਗੀ ਹੈ, ਮਤਲਬ ਕਿ ਇਹਨਾਂ ਨੂੰ ਕੋਈ ਪੋਸਟਿੰਗ ਜਿਹੜੀ ਆ ਨਹੀਂ ਦਿੱਤੀ ਗਈ, ਕੋਈ ਡਿਊਟੀ ਨਹੀਂ ਦਿੱਤੀ ਗਈ ਹਾਲ ਫਿਲਹਾਲ। ਇੱਧਰ ਜੇ ਤੁਸੀਂ ਦੇਖੋਗੇ ਤਾਂ ਜਿਹੜੇ ਹੈਗੇ ਆ ਡੀਜੀਪੀ, ਉਹਨਾਂ ਨੇ ਜਿਸ ਤਰ੍ਹਾਂ ਦੀਆਂ ਬਦਲੀਆਂ ਕੀਤੀਆਂ, ਮਸਲਨ ਇਹਦੇ ਚ ਮਨਦੀਪ ਸਿੰਘ ਸਿੱਧੂ ਨੂੰ ਚੰਡੀਗੜ੍ਹ ਦੇ ਵਿੱਚ DIG ਲਾ ਦਿੱਤਾ ਗਿਆ, ਲੁਧਿਆਣਾ ਦੇ ਵਿੱਚ ਸੀਗੇ ਇਹ, ਤੇ ਲੁਧਿਆਣੇ ਆ ਗਏ ਸ਼ਾਇਦ ਕੁਲਦੀਪ ਚਾਹਲ, ਇਹ ਜਲੰਧਰ ਤੋਂ ਆ ਗਏ, ਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਦੀ ਜ਼ਿੰਮੇਵਾਰੀ ਜਿਹੜੀ ਹੈ ਸਵਪਨ ਸ਼ਰਮਾ ਨੂੰ ਦਿੱਤੀ ਗਈ। ਯਾਨੀ ਇਹ ਜਿਹੜੇ ਅਫਸਰ ਨੇ ਇਹ ਸਰਕਾਰ ਦੇ ਉਹ ਅਫਸਰ ਆ ਜਿਨ੍ਹਾਂ ਤੇ ਕਹਿ ਲਓ ਕਿ ਸਰਕਾਰ ਦੀ ਖਾਸੀ ਮਿਹਰਬਾਨੀ ਰਹਿੰਦੀ ਹੈ। ਵੈਸੇ ਪਿਛਲੀਆਂ ਸਰਕਾਰਾਂ 'ਚ ਵੀ ਇਹਨਾਂ ਨੇ ਕੰਮ ਕੀਤੇ, ਪਰ ਇਹਨਾਂ ਸਰਕਾਰ ਖਾਸ ਤੌਰ ਤੇ ਆਹ ਜਿਹੜੀ ਸਰਕਾਰ ਇਹਨਾਂ ਦੀ ਸਰਕਾਰ ਆ, ਇਹਦੇ ਵਿੱਚ ਇਹਨਾਂ ਨੂੰ ਅਫਸਰਾਂ ਨੂੰ ਕਾਫੀ ਤਵੱਜੋ ਦਿੱਤੀ ਜਾਂਦੀ ਆ। ਤਾਂ ਇਹ ਹੁਣ ਇੱਕ ਚੀਜ਼ ਹੋਰ ਵੇਖਣ ਵਾਲੀ ਜੇ, ਜਿਹੜੇ ਹਰਮਨਵੀਰ ਸਿੰਘ ਗਿੱਲ ਨੂੰ ਇੱਥੋਂ ਹਟਾ ਦਿੱਤਾ ਗਿਆ ਸੀਗਾ ਸ੍ਰੀ ਮੁਕਤਸਰ ਸਾਹਿਬ ਤੋਂ, ਬਹੁਤ ਵਧੀਆ ਕੰਮ ਕੀਤਾ ਸੀ ਉਹਨਾਂ ਨੇ ਜਿੰਨਾ ਚਿਰ ਇੱਥੇ ਰਹੇ ਆ। ਮਤਲਬ ਕਿ ਛੋਟਾ ਕ੍ਰਾਈਮ ਜਿਹੜਾ ਮੁਕਤਸਰ ਜ਼ਿਲ੍ਹੇ 'ਚ ਬਹੁਤ ਘਟਿਆ ਸੀਗਾ, ਤੇ ਫਿਰ ਇੱਕ ਵਿਵਾਦ ਹੋ ਗਿਆ ਸੀਗਾ ਵਕੀਲ ਵਾਲਾ, ਤੇ ਉਹਨਾਂ ਨੂੰ ਵੀ ਹੁਣ ਤੁਸੀਂ ਹਿਸਾਬ ਲਾ ਲਓ ਕਿ ਕਿਸ ਤਰ੍ਹਾਂ ਦੀ ਗੇਮ ਖੇਡਦੀ ਹੈ ਸਰਕਾਰ। ਉਹ ਤੇ SIT ਹਾਲੇ ਬਣੀ ਪਈ ਆ, ਮਨਦੀਪ ਸਿੱਧੂ ਹੀ ਉਸ SIT ਦੇ ਮੁਖੀ ਸਨ ਕਿ ਉਹਨੇ ਜਾਂਚ ਕਰਨੀ ਸੀਗੀ, ਤੇ ਉਹ ਤੋਂ ਪਹਿਲਾਂ ਉਹਨਾਂ ਨੂੰ ਹਟਾਇਆ ਗਿਆ ਤੇ ਹੁਣ ਬੋਝ ਕੇ ਜੇ ਉਹਨਾਂ ਨੂੰ ਬਠਿੰਡੇ ਦਾ SSP ਲਾ ਦਿੱਤਾ ਗਿਆ। ਕਮਾਲ ਦੀ ਗੱਲ। ਸੋ ਇਸ ਤਰ੍ਹਾਂ ਥੋਕ 'ਚ ਜਿਹੜੀਆਂ ਇਹ ਬਦਲੀਆਂ ਹੋਈਆਂ ਨੇ, ਕੁਛ ਨੂੰ ਤਰੱਕੀਆਂ ਦਿੱਤੀਆਂ ਗਈਆਂ, ਇਹਦੇ ਵਿੱਚ ਸਾਫ਼ ਹੈ, ਸਪਸ਼ਟ ਆ ਕਿ ਲਾਅ ਐਂਡ ਆਰਡਰ ਤੇ ਸਰਕਾਰ ਘਿਰਦੀ ਪਈ ਆ ਬਹੁਤ ਜ਼ਿਆਦਾ। ਤਾਂ ਕਿਤੇ ਨਾ ਕਿਤੇ ਇਹੀ ਹੈ ਕਿ ਥੋੜਾ ਪੁਲਿਸ ਨੂੰ, ਅਫਸਰਾਂ ਨੂੰ ਯਾਨੀ ਤਾਕੀਦ ਕਰਕੇ ਮੈਦਾਨ 'ਚ ਉਤਾਰਿਆ ਜਾਵੇ ਕਿ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਆ ਤੇ ਹਾਲਾਤ ਕਿਤੇ ਹੋਰ ਫਸਵੇਂ ਨਾ ਹੋ ਜਾਣ। ਇਸ ਕਰਕੇ ਪੂਰੀਆਂ ਕਹਿ ਲਓ ਕਿ ਤਗੜੀਆਂ ਬਦਲੀਆਂ ਕਰ ਦਿੱਤੀਆਂ। 7 ਜ਼ਿਲ੍ਹਿਆਂ ਦੇ ਸਿੱਧੇ SSP ਬਦਲ ਦੇਣ ਦਾ ਮਤਲਬ ਇਹ ਆ ਕਿ ਹੁਣ ਇੱਕ ਵਾਰੀ ਅਮਲਾ ਫੈਲਾ ਜਿਹੜਾ ਉਹ ਸਾਰਾ ਇੱਧਰ ਉੱਧਰ ਹੋ ਜਾਏਗਾ। ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਆ ਹੌਲੀ ਹੌਲੀ ਕੰਮ ਚੱਲਦਾ। ਤਾਂ ਇਹ ਸਿੱਧੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਇਹ ਮਸਲਾ ਜਿਹੜਾ ਹੈ ਨਾ, ਇਹ ਲਾਅ ਐਂਡ ਆਰਡਰ ਦੇ ਨਾਲ ਜੁੜਿਆ ਕਿ ਸਰਕਾਰ ਚਾਹੁੰਦੀ ਹੈ ਕਿ ਥੋੜਾ ਹੋਰ ਸਖਤੀ ਤੋਂ ਕੰਮ ਲਿਆ ਜਾਵੇ। ਬਾਕੀ ਦੇਖਦੇ ਹਾਂ ਰਿਜ਼ਲਟ ਕਿਸ ਤਰ੍ਹਾਂ ਦੇ ਆਉਂਦੇ, ਕਿਉਂਕਿ ਕੋਸ਼ਿਸ਼ਾਂ ਸਰਕਾਰਾਂ ਕਰਦੀਆਂ ਹੀ ਨੇ, ਗੱਲ ਤੇ ਰਿਜ਼ਲਟਾਂ ਤੇ ਆ ਕੇ ਖੜਦੀ ਹੈ ਨਾ। ਅਫਸਰ ਤਾਂ ਇਹਨਾਂ ਦੇ ਚੇਤੇ ਹੁੰਦੇ ਆ, ਕੁਝ ਅਫਸਰਾਂ ਨੂੰ ਸਰਕਾਰਾਂ ਬਹੁਤ ਜ਼ਿਆਦਾ ਤਵੱਜੋ ਦਿੰਦੀਆਂ ਨੇ, ਪਰ ਉਹਨਾਂ ਦੇ ਰਿਜ਼ਲਟ ਮਾਇਨੇ ਰੱਖਦੇ ਆ ਨਾ, ਕਿਉਂਕਿ ਰਿਜ਼ਲਟਾਂ ਨੇ ਅੱਗੇ ਆਪਾਂ ਨੂੰ ਹਾਲਾਤ ਦੇਣੇ। ਹਾਂਜੀ। ਤੇ ਮਿੰਟੂ ਜੀ, ਜਿਹੜਾ ਚੇਅਰਮੈਨ ਨੂੰ ਸਲੂਟ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ, ਉਹਦੇ ਵਿੱਚ ਇੰਚਾਰਜ ਦਾ ਤਬਾਦਲਾ ਹੋ ਗਿਆ ਜੀ ਕਹਿੰਦੇ। ਹਾਂਜੀ, ਦੇਖੋ ਇੰਚਾਰਜ ਦਾ ਜਿਹੜਾ ਚੱਕਰ ਹੈ ਨਾ, ਉਹ ਤੇ ਹੁਣ ਕੀ ਬੋਲੇਗਾ, ਉਹ ਤੇ ਨੌਕਰੀ ਪੇਸ਼ਾ ਆਦਮੀ ਆ। ਅਸਲ 'ਚ ਕੀ ਆ ਕਿ ਹੁਣ ਪੁਲਿਸ ਵਾਲੇ ਤੇ ਮੁਕਰਦੇ ਪਏ ਨੇ ਕਿ ਨਹੀਂ ਜੀ ਕੋਈ ਚੇਅਰਮੈਨ ਆਈ ਨਹੀਂ ਹੈ। ਪਰ ਜੇ ਤੁਸੀਂ ਵੌਇਸ ਨੋਟ ਦੇਖੋ ਕਿ ਜਿਹੜਾ ਵਾਇਰਲ ਹੋਇਆ ਸੀਗਾ ਨਾ, ਵੌਇਸ ਨੋਟ ਜਿਹਦੇ 'ਚ ਉਹ ਕਿਹਾ ਜਾਂਦਾ ਕਿ ਬਈ ਦੇਖੋ ਪ੍ਰੋਟੋਕਾਲ ਦਾ ਪਾਲਣ ਨਹੀਂ ਹੋ ਰਿਹਾ, ਚੇਅਰਮੈਨ SSP ਸਾਹਿਬ ਕੋਲ ਗਏ ਨੇ ਤੇ ਤੁਸੀਂ ਹੁਣ ਉਹਨਾਂ ਨੂੰ ਪੂਰਾ ਸਤਿਕਾਰ ਦੇਣਾ ਹੈ। ਇਹ ਅਮਰੀਕ ਸਿੰਘ ਜਿਹੜਾ ਇੰਚਾਰਜ ਹੁਣ ਕਹਿ ਲਓ ਕਿ ਰਗੜਿਆ ਗਿਆ ਇਸ ਮਾਮਲੇ 'ਚ। ਗੱਲ ਇਹ ਆ ਕਿ ਹੁਣ ਤੁਸੀਂ ਇੱਕ ਚੀਜ਼ ਨੋਟ ਕਰੋ, ਵੌਇਸ ਨੋਟ ਕੀ ਕਹਿ ਰਿਹਾ ਕਿ SSP ਸਾਹਿਬ ਦਾ ਹੁਕਮ ਆ। ਗੱਲ ਇਹ ਆ ਕਿ ਅੱਜ ਇੱਕ ਅਖਬਾਰ 'ਚ ਮੈਂ ਵਰਸ਼ਨ ਪੜ੍ਹਿਆ ਸੀਗਾ ਇੰਚਾਰਜ ਸਾਹਿਬ ਦਾ, ਉਹ ਕਹਿੰਦੇ ਜੀ ਕਿ ਮੇਰੇ ਕੋਲ ਨਾ ਕੁਝ ਸ਼ਿਕਾਇਤਾਂ ਆਈਆਂ ਸੀਗੀਆਂ, ਤਦ ਜਦੋਂ ਇਹ ਪਾਣੀ ਥੋੜਾ ਜਿਹਾ ਸਿਰ ਤੋਂ ਲੰਘਿਆ ਤੇ ਇਹ ਗੱਲ ਕੀਤੀ ਆ। ਹੁਣ ਇੱਕ ਚੀਜ਼ ਨੋਟ ਕਰੋ ਕਿ ਉਹ ਆਪ ਕਹਿ ਰਹੇ ਨੇ ਕਿ ਬਈ ਮੈਨੂੰ ਆਸੇ ਪਾਸਿਓਂ ਸ਼ਿਕਾਇਤਾਂ ਮਿਲੀਆਂ ਸਨ ਤਾਂ ਮੈਂ ਉਹ ਵੌਇਸ ਨੋਟ ਲਾਇਆ। ਪਰੰਤੂ ਤੁਸੀਂ ਸੋਚ ਕੇ ਵੇਖੋ ਕਿ ਇੱਕ ASI ਜਾਂ SI ਜਿਹੜਾ ਹੈ
ਇਦਾਂ ਦੀ ਸ਼ਿਕਾਇਤ ਤੇ ਐਸਐਸਪੀ ਦਾ ਨਾਮ ਆਪ ਭਾਰੇ ਲੈ ਲਊਗਾ ਹੂੰ ਕਿ ਐਸਐਸਪੀ ਦਾ ਹੁਕਮ ਹੈ। ਮਤਲਬ ਕਿ ਗੱਲ ਦੇ ਵਿੱਚ ਆਪਾਂ ਨੂੰ ਪਤਾ ਲੱਗਦੀ ਪਈ ਆ ਨਾ, ਜੀ ਇਹ ਤਾਂ ਸਾਫ਼ ਹੁੰਦਾ ਕਿ ਕੁਝ ਚੀਜ਼ਾਂ ਨਹੀਂ ਮੰਨੀਆਂ ਜਾਂਦੀਆਂ। ਉਹਨਾਂ ਚੀਜ਼ਾਂ ਦਾ ਕਦੇ ਵੀ ਕਹਿ ਲਓ ਕਿ ਭਾਈ ਇਕਬਾਲ ਨਹੀਂ ਕੀਤਾ ਜਾਂਦਾ ਕਿ ਹਾਂ ਏਦਾਂ ਹੁੰਦਾ। ਹੁਣ ਪੁਲਿਸ ਵਾਲੇ ਕਹਿੰਦੇ ਕਿ ਨਹੀਂ, ਉਹ ਚੇਅਰਮੈਨ ਵੀ ਕਹਿੰਦੇ ਕਿ ਅਸੀਂ ਨਹੀਂ ਗਏ, ਫਿਰ ਸ਼ਿਕਾਇਤਾਂ ਕਿੱਥੋਂ ਹੋ ਗਈਆਂ? ਹੂੰ ਜੇ ਆਪਾਂ ਦੇਖੀਏ ਤਾਂ ਅਮਰੀਕ ਸਿੰਘ ਜਿੱਦਾਂ ਇੰਚਾਰਜ ਕਹਿ ਰਹੇ ਆ ਕਿ ਆਸੇ ਪਾਸੇ, ਫਿਰ ਸ਼ਿਕਾਇਤਾਂ ਤਾਂ ਮਤਲਬ ਹੀ ਜੇ ਚੇਅਰਮੈਨਾਂ ਨੇ ਕੋਈ ਗਿਲਾ ਹੀ ਨਹੀਂ ਕੀਤਾ, ਕੋਈ ਸ਼ਿਕਵਾ ਹੀ ਨਹੀਂ ਕੀਤਾ। ਤਾਂ ਕਹਿਣ ਦਾ ਭਾਵ ਇਹੋ ਆ ਕਿ ਇੱਕ ਨੇਕ ਆਦਮੀ ਦੱਸਿਆ ਜਾਂਦਾ ਹੈ ਬਠਿੰਡੇ ਦੇ ਵਿੱਚ, ਇਹ ਜਿਹੜਾ ਇੰਚਾਰਜ ਹੈ ਸਮਾਜ ਸੇਵਾ ਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਚੰਗਾ ਹਿੱਸਾ ਲੈਂਦਾ ਹੈ। ਜੀ ਤਾਂ ਇਹ ਜਿਹੜੀ ਉਹਦੀ ਬਦਲੀ ਹੋਈ ਆ, ਟ੍ਰੈਫਿਕ ਇੰਚਾਰਜ ਸੀਗਾ ਤੇ ਉਹਨੂੰ ਮੈਨੂੰ ਲੱਗਦਾ ਪੁਲਿਸ ਲਾਈਨ ਚ ਘੱਲ ਦਿੱਤਾ, ਤੇ ਕਿਤੇ ਨਾ ਕਿਤੇ ਸਾਫ਼ ਸਪਸ਼ਟ ਆ ਕਿ ਇਹਦੇ ਚ ਥੋੜੀ ਇਹਨਾਂ ਨੂੰ ਕਹ ਲਓ ਮਾਯੂਸੀ ਹੋਈ, ਨਮੋਸ਼ੀ ਹੋਈ ਇਸ ਗੱਲੋਂ, ਕਿਉਂਕਿ ਉਹ ਜਿਹੜਾ ਵੌਇਸ ਨੋਟ ਸੀ ਉਹ ਵਾਇਰਲ ਹੋ ਗਿਆ। ਤੇ ਵੌਇਸ ਨੋਟ ਜਿਹੜਾ ਹੈ ਨਾ, ਉਹ ਹੁਣ ਗਾਂ ਇੱਕ ਨੇ ਤਾਂ ਗਰੁੱਪ ਚ ਪਾਇਆ ਤੇ ਉਹਨੂੰ ਝਟਕਾ ਦੇ ਦਿੱਤਾ, ਇੱਕ ਹੁਣ ਹੋ ਸਕਦਾ ਕਿਸੇ ਹੋਰ ਨੇ ਗਾਂ ਫਾਰਵਰਡ ਕਰ ਦਿੱਤਾ ਹੋਵੇ, ਉਹਨੂੰ ਵੀ ਲੱਭਦੇ ਹੋਣਗੇ ਵੀ ਉਹ ਬੰਦਾ ਕਿਹੜਾ ਹੈ। ਪਰ ਕੁੱਲ ਮਿਲਾ ਕੇ ਆ ਜਿਹੜਾ ਸਲੂਟ ਸਲਾਟ ਮਰਵਾਉਣ ਵਾਲਾ ਕੰਮ ਆ, ਦੇਖੋ ਮੈਂ ਤੇ ਅੱਗੇ ਕਹਿੰਦਾ ਹੁੰਦਾ ਕਿ ਸਲੂਟ ਉਹ ਹੁੰਦੇ ਆ ਜਿਹੜੇ ਤੁਹਾਡੇ ਕੰਮ ਨੂੰ ਦੁਨੀਆ ਮਾਰੇ, ਤੇ ਇਹੋ ਜਿਹੇ ਸਲੂਟ ਜਿਹੜੇ ਤੁਸੀਂ ਜੇ ਮਰਵਾ ਵੀ ਲਓਗੇ ਤੇ ਲੋਕ ਤੇ ਤੁਹਾਨੂੰ ਥੱਲੇ ਕਮੈਂਟਾਂ ਦੇ ਵਿੱਚ ਕੀ ਕੁਝ ਬੋਲਦੇ ਹੋ, ਉਹ ਸਲੂਟ ਕਿਹੜੇ ਕੰਮ ਦੇ ਆ? ਹੂੰ ਤੇ ਇਹ ਬੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲਲਕ ਜੀ ਆ। ਤੇ ਜਿਹੜੇ ਵੀ ਪਾਵਰ ਦੇ ਵਿੱਚ ਹੁੰਦੇ ਆ ਉਹ ਕਹਿੰਦੇ ਆ ਕਿ ਭਾਈ ਸਾਡੇ ਜਿਹੜੇ ਕਹਿ ਲਓ ਕਿ ਭਾਗ ਖੁੱਲੇ ਆ, ਤੇ ਹੁਣ ਜਿਹੜੇ ਲੋਕ ਆ ਬਸ ਕੀੜੇ ਮਕੌੜੇ ਆ, ਉਹ ਸਾਡੇ ਗੁਲਾਮ ਨੇ। ਇਹ ਚੀਜ਼ ਆ ਤੇ ਸਲੂਕ ਜਿਹੜੇ ਆ ਉਹ ਆਪਾਂ ਦੇਖਦੇ ਆ ਕਿ ਇਹ ਤਾਂ ਕਈ ਵਾਰ ਲੀਡਰ ਸਾਡੇ ਇੱਥੋਂ ਦੇ ਤਾਂ ਇਹੋ ਜਿਹੇ ਆ ਕਿ ਉਹ ਸਾਹਮਣੇ ਕੈਮਰੇ ਦੇ ਸਾਹਮਣੇ ਭੜਕ ਜਾਂਦੇ ਆ। ਏਦਾਂ ਦਾ ਪ੍ਰਬੰਧ ਸਾਧੂ ਸਿੰਘ ਦੇ ਧਰਮਸੋਤ ਨੇ ਕੀ ਕੀਤਾ ਸੀਗਾ? ਹੂੰ ਇੱਕ ਨਾਂ ਹੈ, ਕਹਿੰਦਾ ਨੀਂਹ ਪੱਥਰ ਤੇ ਨਾਮ ਮੇਰਾ ਕਿਉਂ ਨਹੀਂ ਲਿਖਿਆ ਦੱਸੋ? ਤੇ ਹੁਣ ਵੀ ਗੁਜ਼ਾਰਾ ਹੁੰਦਾ ਹੀ ਆ ਨਾ। ਇਹ ਵੀ ਹੈ ਕਿ ਜਦੋਂ ਪਾਵਰ ਚ ਆ ਜਾਂਦੇ ਸਾਰਾ ਕੁਝ ਭੁੱਲ ਜਾਂਦੇ ਆ। ਜੀ ਤੇ ਸੋਮ ਪ੍ਰਕਾਸ਼ ਕਹਿ ਰਹੇ ਨੇ ਮਿੰਟੂ ਜੀ, ਕਹਿੰਦੇ ਮੁੱਖ ਮੰਤਰੀ ਨੂੰ ਸਭ ਤੋਂ ਜ਼ਿਆਦਾ ਡਰ ਹੁਸ਼ਿਆਰਪੁਰ ਤੋਂ ਆ। ਦੇਖੋ ਇਹਨਾਂ ਨੇ ਕੀਤੀ ਜੋ ਆ ਪਿੱਛੇ ਜੇ ਵਿਕਾਸ ਕ੍ਰਾਂਤੀ ਰੈਲੀ, ਤੇ ਜਿਹਦੇ ਚ ਕਈ ਸੈਂਕੜੇ ਕਰੋੜ ਦੇ ਪ੍ਰੋਜੈਕਟ ਜਿਹੜੇ ਆ ਉਹ ਸ਼ੁਰੂ ਕਰਵਾਏ ਗਏ ਨੇ। ਉੱਥੇ ਖਲੋ ਕੇ ਉਹਨਾਂ ਨੇ ਕਿਹਾ ਸੀਗਾ ਨਾ ਕਿ ਬਈ ਮਾਣਹਾਨੀ ਨਹੀਂ ਹੋਈ ਸੁਖਬੀਰ ਸਿੰਘ ਬਾਦਲ ਦੀ, ਭਗਵੰਤ ਮਾਣਹਾਨੀ ਹੋਈ ਆ। ਹੁਣ ਦੇਖੋ ਕਿਉਂਕਿ ਇੱਥੇ ਦਾਅਵਾ ਇਹ ਵੀ ਕੀਤਾ ਗਿਆ ਸੀ, ਇਹ ਤੇ ਸਾਫ਼ ਹੈ ਨਾ ਕਿ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੂੰ ਬੁਲਾਇਆ ਗਿਆ, ਤਾਮ ਝਾਮ ਸਾਰਾ ਉਹ ਉਸੇ ਤਰ੍ਹਾਂ ਦਾ ਹੀ ਪੂਰਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰੰਗ ਉਹੀ ਆ ਚੋਣਾਂ ਵਾਲਾ। ਤੇ ਸ਼ੁਰੂਆਤ ਹੋਈ ਇੱਕ ਤਰ੍ਹਾਂ ਨਾਲ ਵੱਡੀ ਸ਼ੁਰੂਆਤ ਜਿਹੜੀ ਇੱਧਰ ਦੁਆਬੇ ਵੱਲੋਂ। ਹੁਣ ਸੋਮ ਪ੍ਰਕਾਸ਼ ਇਹ ਗੱਲ ਕਹਿ ਰਹੇ ਆ, ਉਹ ਜਵਾਬ ਜਿਹੜਾ ਦਿੱਤਾ ਸੀਗਾ ਉਹ ਇਸ ਗੱਲ ਦਾ ਸੀਗਾ ਕਿ ਇਹਨਾਂ ਨੇ ਦਾਅਵਾ ਕੀਤਾ ਸੀਗਾ ਕਿ 13 ਦੀਆਂ 13 ਸੀਟਾਂ ਅਸੀਂ ਲਵਾਂਗੇ ਜੀ ਜੀ ਭਗਵੰਤ ਮਾਨ ਹੋਰਾਂ ਨੇ। ਤਾਂ ਇਹਨਾਂ ਨੇ ਜਵਾਬ ਦਿੱਤਾ ਆ, ਕੇਂਦਰੀ ਰਾਜ ਮੰਤਰੀ ਆ ਜਿਹੜੇ ਸੋਮ ਪ੍ਰਕਾਸ਼ ਨੇ, ਉਹ ਕਹਿੰਦੇ ਕਿ ਦੇਖੋ ਤੁਹਾਨੂੰ ਸਭ ਤੋਂ ਜ਼ਿਆਦਾ ਡਰ ਹੀ ਹੁਸ਼ਿਆਰਪੁਰ ਤੋਂ ਲੱਗਦਾ, ਕਿਉਂਕਿ ਪਿਛਲੀਆਂ ਚੋਣਾਂ ਵਿੱਚ ਇੱਥੇ ਤੁਹਾਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ, ਤੇ ਇਹ ਚੌਥੇ ਨੰਬਰ ਤੇ ਟੀਮ ਰਹੀ ਸੀ, ਮਤਲਬ ਕਿ ਪਾਰਟੀ ਰਹੀ ਸੀ। ਜੀ ਤੇ ਨਾਲ ਇਹਨਾਂ ਨੇ ਕਿਹਾ ਕਿ ਰੰਗ ਰੋਗਨ ਕਰਵਾ ਕੇ ਵਿਕਾਸ ਕਾਰਜ ਆਪਣੇ ਨਾਮ ਨਾਲ ਲਵਾ ਲੈਂਦੇ ਆ, ਜਦ ਕਿ ਸੱਚਾਈ ਕੁਝ ਹੋਰ ਹੁੰਦੀ ਆ। ਇਹ ਹੁਣ ਵੇਖੋ ਗੱਲ ਇਹ ਆ ਕਿ ਦੁਆਬੇ ਦੇ ਵਿੱਚ ਪਕੜ ਮਜ਼ਬੂਤ ਕਰਨ ਨੂੰ ਤੇ ਫਿਰਦੇ ਆ ਪੂਰੀ। ਵੈਸੇ ਤੇ ਆਮ ਆਦਮੀ ਪਾਰਟੀ ਨੇ ਅੱਛਾ ਪਰਫਾਰਮ ਕੀਤਾ ਸੀਗਾ ਵਿਧਾਨ ਸਭਾ ਇਲੈਕਸ਼ਨ 'ਚ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਦੁਆਬਾ ਹਮੇਸ਼ਾ ਤੋਂ ਇਸ ਤਰ੍ਹਾਂ ਕਿ ਕਾਂਗਰਸ ਦਾ ਗੜ ਸਮਝਿਆ ਗਿਆ, ਕਾਂਗਰਸ ਦੀ ਚੰਗੀ ਪਰਫਾਰਮੈਂਸ ਸੀਗੀ, ਪਰ ਐਤਕੀ ਇਹਨਾਂ ਦੀ ਵੀ ਹਾਜ਼ਰੀ ਠੀਕ ਠਾਕ ਰਹੀ ਆ। ਹੁਣ ਗੱਲ ਇਹ ਆ ਕਿ 13 ਦੀਆਂ 13 ਸੀਟਾਂ ਜਿੱਤਣ ਦਾ ਦਾਅਵਾ ਤੇ ਪ੍ਰਵੀਨ ਜੀ ਵੇਖੋ ਸਾਰੇ ਹੀ ਕਰਦੇ ਨੇ। ਜੀ ਜੀ ਕੋਈ ਇਹ ਕਹਿੰਦਾ ਕਿ ਅਸੀਂ ਹਾਰ ਜਾਵਾਂਗੇ, ਪਰ 13 ਦਾ 13 ਤਾਂ ਚਲੋ ਇਹ ਪਤਾ ਨਹੀਂ ਹੁਸ਼ਿਆਰਪੁਰ ਤੋਂ ਕੀ ਡਰ ਆ ਜਾਂ ਕਿੰਨਾ ਕੁ ਆ, ਉੱਥੇ ਆਪਾਂ ਨੂੰ ਪਤਾ ਨਹੀਂ ਆ ਗਰਾਊਂਡ ਜ਼ੀਰੋ ਤੇ ਕਿਸ ਤਰ੍ਹਾਂ ਦੇ ਹਾਲਾਤ ਆ। ਪਰ ਇੱਕ ਗੱਲ ਇਹ ਆ ਕਿ ਫਿਰ ਇਹ ਤੈਅ ਹੋ ਚੁੱਕਾ ਕਿ ਇੰਡੀਆ ਦਾ ਗੱਠਜੋੜ ਜਿਹੜਾ ਹੈ ਉਹ ਇੱਥੇ ਲਾਗੂ ਨਹੀਂ ਹੋਏਗਾ ਕਮ ਸੇ ਕਮ, ਜਿਹੜੀ ਸਟੇਟਮੈਂਟ ਇਹਨਾਂ ਦੀ ਹੈ। ਇਹਦਾ ਮਤਲਬ ਕਿ ਆਮ ਆਦਮੀ ਪਾਰਟੀ ਇੱਥੇ ਅੱਡ ਤੋਂ ਲੜੂਗੀ, ਤਾਂ ਹੀ ਉਹ ਕਹਿੰਦੇ ਆ ਨਾ ਕਿ 13 ਦੀਆਂ 13 ਅਸੀਂ ਜਿੱਤ ਲਵਾਂਗੇ। ਇਹਨਾਂ ਨੂੰ ਨਹੀਂ ਕੱਖ ਨਹੀਂ ਹੈ ਆਪੋਜੀਸ਼ਨ, ਤਾਂ ਕੀ ਕਾਂਗਰਸ ਦੇ ਨਾਲ ਰਲ ਕੇ ਲੜਨ ਦੀ ਗੱਲ ਕਰ ਰਹੇ ਆ ਜਾਂ ਇਕੱਲੇ? ਜੇ ਉਹਨਾਂ ਦੇ ਸਟੇਟਮੈਂਟ ਦੇ ਮਜ਼ਮੂਨ ਨੂੰ ਸਮਝੀਏ ਤਾਂ ਕਿਤੇ ਨਾ ਕਿਤੇ ਇਹੋ ਆ ਕਿ ਭਾਈ ਅਸੀਂ ਇਕੱਲੇ ਲੜ ਕੇ ਤੇ 13 ਦੀਆਂ 13 ਜਿੱਤਾਂਗੇ।
ਜੀ, ਜੀ। ਰਾਜਜੀਤ ਸਿੰਘ ਹੁੰਦਲ ਕਹਿੰਦੇ ਫੇਰ ਗਾਇਬ ਹੋ ਗਿਆ ਮਿੰਟੂ ਜੀ, ਜ਼ਮਾਨਤਾਂ ਮਿਲਣ ਤੋਂ ਬਾਅਦ ਹੀ ਮਾੜਾ ਜਿਹਾ ਆਏ ਸੀ ਸਾਹਮਣੇ, ਫੇਰ ਚਲਾ ਗਿਆ ਸ਼ਾਇਦ। ਇਹ ਨਹੀਂ ਲੱਭਦਾ, ਇਹ ਪਤਾ ਨਹੀਂ ਕਿੱਥੇ ਖਤਮ ਹੋ ਜਾਂਦਾ ਹੈ। ਹੂੰ, ਹੂੰ। ਇਹ ਵੀ ਮਿਸਟਰੀ ਵਾਲਾ ਹਿਸਾਬ ਕਿਤਾਬ ਹੀ ਹੈ ਇਹਦਾ। ਇਹ ਆਇਆ ਸੀਗਾ ਜ਼ਮਾਨਤਾਂ, ਜਦੋਂ ਇਹਨੂੰ ਰਾਹਤ ਮਿਲ ਗਈ ਸੀਗੀ ਤੇ ਇਹ ਪੇਸ਼ ਵੀ ਹੋ ਗਿਆ ਸੀਗਾ, ਤੇ ਉਦੋਂ ਹੀ ਕਿਤੇ ਫੇਰ ਇੱਕ ਮੁਕੱਦਮਾ ਜਿਹੜਾ ਹੈ ਉਹ ਜਿਹੜਾ ਸੀਗਾ ਉਹ ਹਾਰ ਦੇ ਗਿਆ ਇਹਨੂੰ। ਮਤਲਬ ਕਿ ਹਾਲੇ ਪੇਸ਼ ਹੋਇਆ ਹੀ ਸੀਗਾ। ਉਸ ਤੋਂ ਬਾਅਦ ਤੁਸੀਂ ਹਿਸਾਬ ਲਾ ਲਓ ਕਿ ਦੋ ਜ਼ਮਾਨਤਾਂ ਮਿਲ ਗਈਆਂ ਸੀ। ਇੱਕ ਮਾਮਲੇ 'ਚ ਜਿਹੜੀ ਜ਼ਮਾਨਤ ਖਾਰਜ ਹੋਈ ਤਾਂ ਇਹਨੂੰ ਪਤਾ ਲੱਗ ਗਿਆ। ਹਿਸਾਬ ਲਾ ਲਓ ਕਿ ਉਸ ਦਿਨ ਤੋਂ ਲੈ ਕੇ ਅੱਜ ਤੀਕਰ ਫੇਰ 1 ਮਹੀਨਾ ਹੋ ਗਿਆ। ਪਹਿਲਾਂ ਵੀ ਵੇਖ ਲਓ ਕਿੰਨਾ ਚਿਰ ਭੱਜਿਆ ਰਿਹਾ। ਜੀ। ਪੰਜਾਬ ਪੁਲਿਸ ਨਹੀਂ ਪਹੁੰਚ ਸਕੀ ਇਹਦੇ ਤੱਕ। ਹੁਣ ਫੇਰ ਉਸ ਤੋਂ ਬਾਅਦ ਇਹ ਨਿਕਲ ਗਿਆ ਤੇ ਹੱਥ ਹੀ ਨਹੀਂ ਆ ਰਿਹਾ। ਕਮਾਲ ਦੀ ਗੱਲ ਆ। ਇਹ ਜਾਂਦਾ ਕਿੱਥੇ ਆ, ਸਮਝ ਹੀ ਨਹੀਂ ਲੱਗਦੀ। ਨਾ ਤੇ ਪੰਜਾਬ ਪੁਲਿਸ ਇਹਨੂੰ ਪਹਿਲਾਂ ਲੱਭ ਸਕੀ ਆ, ਨਾ ਪੰਜਾਬ ਪੁਲਿਸ ਇਹਨੂੰ ਹੁਣ ਬਾਅਦ ਦੇ ਵਿੱਚ ਲੱਭ ਪਾਈ ਆ। ਹਾਲਾਂਕਿ ਇਹ ਜਦੋਂ ਵੀ ਪੁੱਛੋਗੇ ਤੁਸੀਂ ਕਿ ਰਾਜੀਤ ਲੱਭਦਾ ਕਿਉਂ ਨਹੀਂ ਹੈ, ਤੇ ਕਹਿਣਗੇ ਨਹੀਂ ਜੀ ਅਸੀਂ ਤੇ ਵੇਖੋ ਲੱਭ ਰਹੇ ਹਾਂ, ਛਾਪੇਮਾਰੀ ਹੋ ਰਹੀ ਹੈ, ਇਹ ਹੋ ਰਿਹਾ, ਉਹ ਹੋ ਰਿਹਾ। ਪਰ ਜੋ ਵੀ ਹੈ, ਰਾਜਜੀਤ ਵਰਗਾ ਬੰਦਾ ਜਿਹੜਾ ਜਿਹਨੂੰ ਸਾਰੇ ਭੇਤ ਹੁੰਦੇ ਆ ਪੁਲਿਸ ਦੇ, ਕਿਉਂਕਿ ਅਫਸਰੀ ਕੀਤੀ ਆ ਉਹਨੇ ਵੀ, ਹੂੰ, 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 ਤਾਂ ਉਹ ਬੜਾ ਔਖਾ। ਇਹਨਾਂ ਨੂੰ ਤੇ ਮਨਪ੍ਰੀਤ ਨਹੀਂ ਸੀ ਲੱਭਾ, ਹੂੰ। ਹੋਰ ਦੱਸੋ। ਮਨਪ੍ਰੀਤ ਬਾਦਲ ਨਹੀਂ ਸੀ ਲੱਭਾ, ਇਹਨਾਂ ਨੂੰ ਲੱਭਦਾ ਕਿਹੜਾ। ਇਹ ਤਾਂ ਸੁੱਤਾ ਸੱਤਾ ਕੋਈ ਆ ਗਿਆ ਕਾਬੂ ਤੇ ਉਹਨੂੰ ਚੱਕ ਲਿਆਉਂਦੇ ਨੇ। ਸੋ ਇਹ ਆ ਕਿ ਇਹ ਬੰਦਾ ਕਿੱਧਰ ਗਿਆ, ਇਹ ਇੱਕ ਬੜਾ ਵੱਡਾ ਸਵਾਲ ਆ। ਹਾਲਾਂਕਿ ਜਾਂਚ ਪੜਤਾਲ 'ਚ ਸ਼ਾਮਲ ਹੋ ਗਿਆ ਸੀਗਾ ਇੱਕ ਵਾਰੀ, ਪਰ ਜਿਵੇਂ ਹੀ ਜ਼ਮਾਨਤ ਖਾਰਜ ਹੋਈ ਇੱਕ ਕੇਸ ਦੇ ਵਿੱਚ ਉਹਨੂੰ ਪਤਾ ਲੱਗ ਗਿਆ ਕਿ ਮੇਰੀ ਗ੍ਰਿਫਤਾਰੀ ਪੈ ਜਾਣੀ ਹੈ, ਨਿਕਲ ਗਿਆ ਤੇ ਲੱਭਿਆ ਨਹੀਂ ਹੈ। ਇਹ ਹੁਣ ਕਮਾਲ ਦੀ ਗੱਲ ਹੈ ਕਿ ਪੰਜਾਬ ਪੁਲਿਸ ਉਦਾਂ ਤੇ ਕਹਿੰਦੇ ਕਿ ਸਭ ਫੜੇ ਜਾਣਗੇ, ਪਰ ਇਹਨਾਂ ਤੋਂ ਆਪਣਾ ਹੀ ਬੰਦਾ ਨਹੀਂ ਫੜ ਹੋ ਰਿਹਾ। ਜੀ, ਜੀ। ਤੇ ਗੱਲ ਕਰੀਏ ਮਿੰਟੂ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ। ਜੀ, ਸ਼ੁਕਰੀਆ। ਜੀ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਮਨੀ ਲਾਂਡਰਿੰਗ ਦੇ ਮਾਮਲੇ ਦੀ ਗੱਲ ਕਰਾਂਗੇ। ਸਰਨਾ ਨੇ ਜਥੇਦਾਰ ਨੂੰ ਪੱਤਰ ਸੌਂਪ ਕੇ ਸਿਰਸਾ ਦੇ ਖਿਲਾਫ ਕਾਰਵਾਈ ਮੰਗੀ ਹੈ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇੱਕ ਮੰਗ ਪੱਤਰ ਸੌਂਪ ਕੇ ਦਿੱਲੀ ਕਮੇਟੀ ਦੇ ਵਿੱਚ ਮਨੀ ਲਾਂਡਰਿੰਗ ਘਪਲੇ ਦਾ ਦੋਸ਼ ਲਾਉਂਦਿਆਂ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਜਥੇਦਾਰ ਦੇ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਸਰਨਾ ਨੇ ਸਾਬਕਾ ਪ੍ਰਧਾਨ ਸਿਰਸਾ ਤੇ ਵਿੱਤੀ ਘੁਟਾਲੇ ਦੇ ਲਈ ਦਿੱਲੀ ਕਮੇਟੀ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਏ ਨੇ। ਉਹਨਾਂ ਦਾਅਵਾ ਕੀਤਾ ਕਿ ਇਸ ਸੰਬੰਧੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ। ਉਹਨਾਂ ਇਹ ਵੀ ਕਿਹਾ ਕਿ ਵਿੱਤੀ ਅਪਰਾਧ ਦੇ ਨਾਲ ਜੁੜੇ ਇਸ ਗੰਭੀਰ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਜ਼ਰੂਰੀ ਹੈ। ਉਹਨਾਂ ਨੇ ਜਥੇਦਾਰ ਤੋਂ ਜਾਂਚ ਤੋਂ ਬਾਅਦ ਸਿੱਖ ਆਗੂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਹਨਾਂ ਇਸ ਮਾਮਲੇ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਵੀ ਆਜ਼ਾਦਾਨਾ ਤਰੀਕੇ ਦੇ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਦਿੱਲੀ ਕਮੇਟੀ ਦੇ ਚਾਰਟਰਡ ਅਕਾਊਂਟੈਂਟ ਤੇ ਵੀ ਇਸ ਮਾਮਲੇ ਦੀ ਰਿਪੋਰਟ ਨੂੰ ਦਬਾਉਣ ਦੇ ਦੋਸ਼ ਲਾਏ ਨੇ। ਉਧਰ ਦੂਜੇ ਪਾਸੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਰਮਜੀਤ ਸਿੰਘ ਸਰਨਾ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹਨਾਂ ਕਿਹਾ ਕਿ ਦੋਸ਼ਾਂ ਦੇ ਬਾਰੇ ਜੇ ਕੋਈ ਸਬੂਤ ਨੇ ਤਾਂ ਉਹ ਪੇਸ਼ ਕੀਤੇ ਜਾਣ। ਉਹਨਾਂ ਇਹ ਵੀ ਕਿਹਾ ਕਿ ਕੁਝ ਲੋਕ ਸਿਰਫ ਆਪਣੀ ਚੌਧਰ ਚਮਕਾਉਣ ਦੇ ਲਈ ਬੇਬੁਨਿਆਦ ਅਤੇ ਬੇਲੋੜੇ ਦੋਸ਼ ਲਾ ਰਹੇ ਨੇ। ਹੁਣ ਇਹ ਗੱਲ ਸਮਝੋ ਬਾਹਰ ਹੈ ਕਿ ਸਬੂਤ ਜਦੋਂ ਇੱਕ ਬੰਦਾ ਵੀਡੀਓ ਦੇ ਵਿੱਚ ਹੀ ਨਾਂ ਲੈ ਰਿਹਾ ਹੈ ਕਿਸੇ ਬੰਦੇ ਦਾ, ਤੇ ਉਸ ਤੋਂ ਵੱਡਾ ਕੀ ਸਬੂਤ ਹੋ ਸਕਦਾ ਹੈ। ਤੁਸੀਂ ਜੇਕਰ ਦੋਸ਼ੀ ਹੋ ਤਾਂ ਮਾਫ ਕਰਨਾ, ਜੇਕਰ ਤੁਸੀਂ ਸੱਚੇ ਹੋ ਤਾਂ ਤੁਹਾਡੇ ਤੇ ਕੋਈ ਦੋਸ਼ ਲਾ ਰਿਹਾ ਹੈ ਤਾਂ ਉਹ ਕਿਹੋ ਜਿਹੇ ਦੋਸ਼ ਨੇ ਤੇ ਤੁਸੀਂ ਉਹਨਾਂ ਦੋਸ਼ਾਂ ਦਾ ਕਿਸ ਤਰੀਕੇ ਦੇ ਨਾਲ ਖੰਡਨ ਕਰਦੇ ਹੋ, ਇਹ ਗੱਲ ਬੜੀ ਅਹਿਮ ਹੈ। ਤੁਹਾਡੇ ਤੇ ਦੋਸ਼ ਲੱਗੇ ਨੇ ਮਨੀ ਲਾਂਡਰਿੰਗ ਦੇ, ਤੁਸੀਂ ਗੱਲ ਕਹਿ ਰਹੇ ਹੋ ਕਿ ਸਰਨਾ ਨੂੰ ਕੋਈ ਜਾਣਕਾਰੀ ਨਹੀਂ ਹੈ। ਜਿਹੜੀ ਜਾਣਕਾਰੀ ਤੁਹਾਡੇ ਕੋਲੇ ਤੁਸੀਂ ਉਹ ਸਾਂਝੀ ਕਰ ਸਕਦੇ ਹੋ। ਦੂਜੀ ਗੱਲ ਇਹ ਹੈ ਕਿ ਦੋਸ਼ਾਂ ਦੇ ਬਾਰੇ ਜੇ ਕੋਈ ਸਬੂਤ ਹੈ ਤਾਂ ਉਹ ਪੇਸ਼ ਕੀਤੇ ਜਾਣ। ਸਬੂਤ ਤੁਸੀਂ ਵੀ ਕੱਢ ਕੇ ਲਿਆ ਸਕਦੇ ਆਪਦੀ ਬੇਗੁਨਾਹੀ ਦੇ। ਆਪਾਂ ਅਕਸਰ ਜਦੋਂ ਪਿੰਡਾਂ ਦੇ ਵਿੱਚ ਪੰਚਾਇਤਾਂ ਹੁੰਦੀਆਂ ਤੇ ਆਪਾਂ ਦੇਖਦੇ ਰਹੇ ਹਾਂ ਨਾ ਪਿੰਡਾਂ ਦੇ ਵਿੱਚ ਕਿ ਜਿਹੜਾ ਬੰਦੇ ਦਾ ਕੋਈ ਮੈਂਬਰ ਸਰਪੰਚ ਹੋਵੇ ਨੇੜਲਾ, ਉਹ ਕਹਿੰਦਾ ਨਾ ਨਾ ਇਹ ਤਾਂ ਊਂ ਹੀ ਕਰੀ ਜਾਂਦੇ, ਇਹਨਾਂ ਨੂੰ ਨਹੀਂ ਪਤਾ, ਇਹ ਤਾਂ ਐਵੇਂ ਮਰੀ ਜਾਂਦੇ, ਇਹਨਾਂ ਨੂੰ ਤਾਂ ਇਹ ਸਾਡੀ ਸਰਪੰਚੀ ਤੇ ਸੜਦੇ ਆਏ ਆ, ਫਲਾਨਾ ਧਮਕਾ ਜੇ ਹੈ ਵੋ ਹੈ। ਬਹੁਤ ਲੋਕ ਹੁੰਦੇ ਆ ਜਿਹੜੇ ਇਸ ਗੱਲ ਨੂੰ ਸੁਣ ਕੇ ਚੁੱਪ ਕਰ ਜਾਂਦੇ ਕਿਉਂਕਿ ਉਹਨਾਂ ਨੂੰ ਕੰਮਕਾਰ ਹੁੰਦੇ ਆ, 100 ਥਾਈਂ ਜਾਣਾ ਆਉਣਾ, ਥਾਣੇ ਕਚਹਿਰੀ ਤਹਿਸੀਲ ਪਟਵਾਰੀ ਕੋਲੇ। ਪਰ ਜਿਹੜੇ ਲੋਕ ਸਮਝਦਾਰ ਹੁੰਦੇ, ਜਿਹੜੇ ਲੋਕ ਗੈਰਤਮੰਦ ਹੁੰਦੇ ਆ, ਉਹ ਇਹ ਕਹਿੰਦੇ ਕਿ ਚੱਲ ਠੀਕ ਹੈ ਤਾਂ ਐਵੇਂ ਮਰੀ ਜਾਂਦੇ, ਪਰ ਤੂੰ ਸਾਬਤ ਕਰ ਕਿ ਤੂੰ ਝੂਠਾ ਨਹੀਂ ਹੈ, ਤੂੰ ਸੱਚਾ ਹੈ। ਉੱਥੇ ਫਿਰ ਗੱਲ ਨਹੀਂ ਆਉਂਦੀ। ਉਹਨਾਂ ਬੰਦਿਆਂ ਦੀ ਪਿੰਡ ਦੇ ਵਿੱਚ ਰਿਸਪੈਕਟ ਹੁੰਦੀ ਹੈ ਜਿਹੜੇ ਇਹ ਗੱਲ ਕਰਦੇ ਆ। ਤੁਸੀਂ ਆਪਣੇ ਨੇੜੇ ਤੇੜੇ ਵੀ ਦੇਖ ਲਿਓ ਕਿ ਜਿਹੜੇ ਬੰਦੇ ਕਿਸੇ ਗੁਨਾਹਗਾਰ ਦੇ ਉੱਤੇ, ਤੇ ਉਹ ਜਦੋਂ ਗੁਨਾਹਗਾਰ ਆਪਦੀ ਸਫਾਈ ਦੇ ਵਿੱਚ ਦੂਜੇ ਨੂੰ ਭੰਡਦਾ ਤੇ ਉਸ ਭੰਡਣ ਨੂੰ ਉਹ ਕਾਊਂਟਰ ਕਰਦੇ ਆ, ਚਾਹੇ ਉਹ ਕਿਸੇ ਸਕੂਲ ਦੇ ਵਿੱਚ ਕੋਈ ਟੀਚਰ ਦੇ ਰੂਪ ਦੇ ਵਿੱਚ, ਚਾਹੇ ਉਹ ਕਿਤੇ ਫੈਕਟਰੀ ਦੇ ਵਿੱਚ ਹੈ, ਕਿਸੇ ਕਾਮੇ ਦੇ ਰੂਪ ਦੇ ਵਿੱਚ, ਚਾਹੇ ਉਹ ਕਿਤੇ ਹੋਰ ਕੋਈ ਕੰਮ ਕਰਦਾ, ਚਾਹੇ ਕਿਤੇ ਵੀ ਆ ਉਹ। ਜਦੋਂ ਕੋਈ ਬੰਦਾ ਕਿਸੇ ਇੰਸਟੀਟਿਊਸ਼ਨਸ ਦੇ ਵਿੱਚ, ਕਿਸੇ ਅਦਾਰੇ ਦੇ ਵਿੱਚ, ਕਿਸੇ ਵੀ ਥਾਂ ਤੇ ਖੜ ਕੇ, ਸਾਂਝੀ ਥਾਂ ਤੇ ਖੜ ਕੇ ਕੋਈ ਬੰਦਾ ਗੁਨਾਹ ਛੁਪਾਉਣ ਦੀ ਗੱਲ ਕਰਦਾ ਆਪਦੇ ਦੀ, ਜਾਂ ਉਹ ਦੂਜੀ ਧਿਰ ਤੇ ਚਿੱਕੜ ਉਛਾਲੀ ਕਰਦਾ, ਤਾਂ ਉਹ ਕਹਿੰਦਾ ਕਿ ਪਹਿਲਾਂ ਤੂੰ ਇਹ ਗੱਲ ਸਾਬਤ ਕਰ ਕਿ ਤੂੰ ਇੱਥੇ ਗਲਤ ਹੈ ਜਾਂ ਇੱਥੇ ਸਹੀ ਹੈ, ਉਹਦੀ ਗੱਲ ਬਾਅਦ ਚ ਕਰਾਂਗੇ। ਮਸਲਨ ਤੁਹਾਡੇ ਤੇ ਕਿਸੇ ਨੇ ਦੋਸ਼ ਲਾਤਾ, ਤੁਸੀਂ ਕਿਸੇ ਤੇ ਦੋਸ਼ ਲਾਤਾ, ਉਹ ਉਲਟਾ ਬੰਦਾ ਤੁਹਾਡੇ ਤੇ ਚਿੱਕੜ ਉਛਾਲੀ ਕਰਨ ਲੱਗ ਪਏ, ਤਾਂ ਉੱਥੇ ਇਹ ਗੱਲ ਕਹਿਣ ਦੀ ਬਜਾਏ ਕਿ ਨਹੀਂ ਨਹੀਂ ਜੀ ਮੈਂ ਤਾਂ ਸਹੀ ਹਾਂ, ਮੈਂ ਤਾਂ ਆਏ ਹਾਂ, ਉਹਨੂੰ ਕਹੋ ਕਿ ਤੂੰ ਆਪਦੀ ਬੇਗੁਨਾਹੀ ਸਾਬਤ ਕਰ, ਫਿਰ ਤੂੰ ਮੇਰੇ ਤੇ ਦੋਸ਼ ਲਾ ਦੀ, ਉਹ ਮੈਂ ਆਪੇ ਸਾਬਤ ਕਰ ਦੂੰ। ਸੋ ਇੱਥੇ ਵੀ ਇਹੀ ਚੀਜ਼ ਆ। ਜਗਮਨਜੀਤ ਸਿੰਘ ਕੈਨੇਡਾ ਤੋਂ, ਜਿਹੜਾ ਇੱਕ ਪਹਿਲਾਂ ਹੋਇਆ ਕਿ ਇਸ ਮਾਮਲੇ ਦੇ ਵਿੱਚ ਆਪਾਂ ਸ਼ੁਰੂ ਤੋਂ ਲਾਉਣੇ ਆ। ਇਸ ਮਾਮਲੇ ਦੇ ਵਿੱਚ ਇੱਕ ਵੀਡੀਓ ਵਾਇਰਲ ਹੁੰਦੀ ਹੈ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੀ, ਤੋਮਰ ਦੇ ਮੁੰਡੇ ਦੀ, ਮਾਫ ਕਰਨਾ, ਤੋਮਰ ਦੇ ਮੁੰਡੇ ਦੀ ਵੀਡੀਓ ਵਾਇਰਲ ਹੁੰਦੀ ਹੈ ਤੇ ਉਹਦੇ ਵਿੱਚ ਕਰੋੜਾਂ ਦੇ ਲੈਣ ਦੇਣ ਦੀ, 150 ਕਰੋੜ ਦੀ ਗੱਲ ਹੁੰਦੀ ਹੈ, ਪਹਿਲਾਂ 50 ਫਿਰ 100 ਕਰੋੜ ਦੀ, ਇਸ ਤਰ੍ਹਾਂ। ਉਹ ਵੀਡੀਓ ਤੋਂ ਬਾਅਦ ਹੋ ਹੱਲਾ ਹੋ ਜਾਂਦਾ ਕਿਉਂਕਿ ਨਰਿੰਦਰ ਤੋਮਰ ਇਸ ਵੇਲੇ ਮੱਧ ਪ੍ਰਦੇਸ਼ ਦੇ ਵਿੱਚ ਹੋ ਰਹੀਆਂ ਚੋਣਾਂ, ਤੇ ਉਹਨਾਂ ਚੋਣਾਂ ਦੇ ਵਿੱਚ ਨਰਿੰਦਰ ਤੋਮਰ ਨੂੰ ਉੱਥੇ ਕੈਂਡੀਡੇਟ ਖੜਾ ਕੀਤਾ ਗਿਆ, ਸ਼ਾਇਦ ਮੀਸਨਾ ਸੀਟ ਹੈ ਸ਼ਾਇਦ, ਜਾਂ ਸੀਮਨਾ, ਕੋਈ ਇਸ ਤਰ੍ਹਾਂ ਦਾ ਨਾਮ ਹੈ, ਉੱਥੇ ਜਿਹੜੀ ਕੌਂਸਟੀਚੁਐਂਸੀ ਤੋਂ ਚੋਣ ਲੜ ਰਿਹਾ। ਤੇ ਉਸ ਤੋਂ ਬਾਅਦ ਸ਼ਿਵਰਾਜ ਸਿੰਘ ਚੌਹਾਨ, ਜਿਹੜਾ ਕਿ ਉੱਥੇ 3 ਟਾਈਮ ਦਾ ਮੁੱਖ ਮੰਤਰੀ ਹੈ, ਉਹਦੇ ਬਾਰੇ ਕਿਹਾ ਜਾ ਰਿਹਾ ਕਿ ਹੁਣ ਨਰਿੰਦਰ ਤੋਮਰ ਨੂੰ ਉਹਦੇ ਬਦਲ ਵਜੋਂ ਦੇਖ ਰਹੀ ਹੈ ਭਾਜਪਾ, ਕਿਉਂਕਿ ਪਾਰਟੀਆਂ ਦੇ ਵਿੱਚ ਵੀ ਗਰੁੱਪਿਜ਼ਮ ਹੁੰਦਾ ਨਾ, ਕਿ ਇੱਕ ਗਰੁੱਪ ਨੂੰ ਹੁੰਦਾ ਕਿ ਸਾਡਾ ਬੰਦਾ ਅੱਗੇ ਆਵੇ, ਸਾਡਾ ਬੰਦਾ। ਨਰਿੰਦਰ ਤੋਮਰ ਉਹ ਮੰਤਰੀ ਹੈ ਜਿਹੜਾ ਕੇਂਦਰੀ ਕਾਨੂੰਨਾਂ ਦੇ ਮਾਮਲੇ ਦੇ ਵਿੱਚ, ਖੇਤੀ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਕਿਸਾਨਾਂ ਦੇ ਨਾਲ ਬਾਰਗੇਨਿੰਗ ਕਰਦਾ ਰਿਹਾ ਵਾ। ਤੇ ਸਾਨੂੰ ਠੀਕ ਹੈ, ਕਿਸਾਨ ਆਗੂਆਂ ਦੇ ਨਾਲ ਸਾਡੇ ਰਾਜਨੀਤਿਕ ਤੌਰ ਤੇ ਜਾਂ ਵਿਚਾਰਧਾਰਕ ਤੌਰ ਤੇ ਮਤਭੇਦ ਹੋ ਸਕਦੇ ਆ,
ਪਰ ਸਾਨੂੰ ਉਹਨਾਂ ਆਗੂਆਂ ਤੇ ਇੰਨਾ ਕੁ ਵੀ ਮਾਣ ਹੈ ਵੀ ਉਹਨਾਂ ਨੇ 11 ਮੀਟਿੰਗਾਂ ਦੇ ਵਿੱਚ, ਚਾਹੇ ਉਹ ਖੱਬੇ ਪੱਖੀ ਧਿਰਾਂ ਤੋਂ ਆਉਂਦੇ ਆ ਤੇ ਚਾਹੇ ਉਹ ਸੱਜੇ ਪੱਖੀ ਧਿਰਾਂ ਤੋਂ ਆਉਂਦੇ, ਕਿਸੇ ਵੀ ਧਿਰ ਤੋਂ ਆਉਂਦੇ ਆ, ਉਹਨਾਂ ਨੇ 11 ਮੀਟਿੰਗਾਂ ਦੇ ਵਿੱਚ ਨਾ ਸਿਰਫ ਨਰਿੰਦਰ ਤੋਮਰ ਦੀ ਵਾਟ ਲਗਾਈ, ਪੀਯੂਸ਼ ਗੋਇਲ ਦੀ ਵਾਟ ਲਗਾਈ, ਜਿਹੜਾ ਕਿ ਉਦੋਂ ਫੂਡ ਦੇ ਨਾਲ ਜੁੜਿਆ ਇੱਕ ਮੰਤਰਾਲਾ ਮਹਿਕਮਾ ਸੀਗਾ ਉਹਨਾਂ ਕੋਲੇ, ਬਲਕਿ ਉਹਨਾਂ ਨੇ ਸਰਕਾਰੀ ਮਸ਼ੀਨਰੀ 1 ਕਰੋੜ 140 ਕਰੋੜ ਦੀ ਆਬਾਦੀ ਨੂੰ ਜਿਹੜੀ ਮਸ਼ੀਨਰੀ ਲੀਡ ਕਰਦੀ ਹੈ, ਜਿਹੜੀ ਮਸ਼ੀਨਰੀ ਚਲਾਉਂਦੀ ਹੈ, ਉਸ ਮਸ਼ੀਨਰੀ ਨੂੰ ਟੇਬਲ ਟਾਕ ਤੇ ਤਹਿਸ-ਨਹਿਸ ਕਰ ਦਿੱਤਾ। ਜਦੋਂ ਉਹਨਾਂ ਨੇ, ਮੈਨੂੰ ਚੰਗੀ ਤਰ੍ਹਾਂ ਯਾਦ ਆ, ਜਦੋਂ ਅਸੀਂ ਦਿੱਲੀ ਕਵਰ ਕਰ ਰਹੇ ਸੀ ਔਰ ਬਹੁਤ ਵੱਡੀ ਇਹ ਖਬਰ ਸੀ, ਪੰਜਾਬੀ ਨੈਸ਼ਨਲ ਮੀਡੀਆ ਨੇ ਤਾਂ ਤੁਹਾਨੂੰ ਪਤਾ ਕਿੰਨਾ ਕਵਰ ਕੀਤਾ, ਪਰ ਇਹ ਬਾਅਦ ਦੇ ਵਿੱਚ ਇਸ ਚੀਜ਼ ਦਾ ਕੋਰਟ ਦਾ ਜ਼ਿਕਰ ਹੁੰਦਾ ਰਿਹਾ। ਉਹ ਕਹਿੰਦੇ ਕਿ ਜੇ ਅਸੀਂ ਐਮਐਸਪੀ ਦੀ ਤੁਹਾਨੂੰ ਗਾਰੰਟੀ ਦਿੰਦੇ ਹਾਂ ਤੇ ਸਾਡੇ ਤੇ 17 ਲੱਖ ਕਰੋੜ ਰੁਪਏ ਦਾ ਬੋਝ ਪੈਂਦਾ। ਇੱਕ, ਹਾਲਾਂਕਿ ਆਪਣਾ ਮਾਮਲਾ ਮਨਜਿੰਦਰ ਸਿੰਘ ਸਿਰਸਾ ਵਾਲਾ, ਪਰ ਫਿਰ ਵੀ ਮੈਂ ਇੱਕ ਮਿਸਾਲ ਦੇ ਤੌਰ ਤੇ ਤੁਹਾਨੂੰ ਗੱਲ ਦੱਸਦਾ। ਕਹਿੰਦੇ ਕਿ 17 ਲੱਖ ਕਰੋੜ ਰੁਪਏ ਦਾ ਸਾਡੇ ਤੇ ਬੋਝ ਪਊਗਾ ਜੇ ਅਸੀਂ ਤੁਹਾਨੂੰ ਖਰੀਦ ਦੀ ਗਾਰੰਟੀ ਦਿੰਨੇ ਆ ਜਾਂ ਅਸੀਂ ਇਹ ਕਾਨੂੰਨ ਵਾਪਸ ਨਹੀਂ ਲੈਂਦੇ। ਤਾਂ ਸਰਕਾਰ ਕਹਿੰਦੀ ਕਿ ਇੰਨਾ ਸਾਡੇ 'ਚ ਝੱਲਣ ਦੀ ਸਮਰੱਥਾ ਨਹੀਂ ਹੈ, 17 ਲੱਖ ਕਰੋੜ ਰੁਪਈਆ। ਕਿਸਾਨਾਂ ਨੇ ਤਰਕ ਪਤਾ ਕੀ ਦਿੱਤਾ? ਜਮਾਂ ਪੇਂਡੂ ਜਿਹਾ ਤਰਕ, ਜਮਾਂ ਹੀ ਮਤਲਬ ਆਮ ਸਧਾਰਨ ਜਿਹਾ ਤਰਕ। ਉਹ ਕਹਿੰਦੇ ਅਸੀਂ ਕਦੋਂ ਕਹਿਣਾ ਕਿ ਤੁਸੀਂ 17 ਲੱਖ ਕਰੋੜ ਦੀਆਂ ਫਸਲਾਂ ਲੈ ਕੇ ਸਾਡੀਆਂ ਤੇ ਆਪਦੇ ਘਰੇ ਰੱਖ ਲਓ, ਤੁਸੀਂ ਵੇਚੋ ਉਹਨਾਂ ਨੂੰ। ਵਪਾਰੀ ਵੀ ਤਾਂ ਇਹੀ ਕਰਦਾ। ਸਰਕਾਰ ਕੋਲੇ, ਸਰਕਾਰ ਦੀ ਮਸ਼ੀਨਰੀ ਕੋਲੇ, ਉੱਥੇ ਜਿਹੜੇ ਅਫਸਰ ਬੈਠੇ ਆ, ਜਿਹੜੇ ਪਤਾ ਨਹੀਂ ਕਿੰਨੀਆਂ-ਕਿੰਨੀਆਂ ਜਮਾਤਾਂ, ਕਲਾਸਾਂ, ਕਿੰਨੇ-ਕਿੰਨੇ ਸਾਲ ਲਾ ਕੇ ਪਹਿਲਾਂ ਡੀਸੀ ਭਰਤੀ ਹੁੰਦਾ, ਫਿਰ ਉਹ ਉਸ ਤੋਂ ਬਾਅਦ ਸਰਕਾਰ 'ਚ ਮੁੱਖ ਸਕੱਤਰ ਬਣਦਾ, ਫਿਰ ਗਾਂਹ ਜਾਂਦਾ, ਜਾਂ ਕਿ ਕਿਵੇਂ ਨਾ ਕਿਵੇਂ ਸਾਲਾਂ ਦਹਾਕੇ ਲੱਗ ਜਾਂਦੇ ਜਿਹੜੇ ਲੋਕ ਆਈਏਐਸ ਕਲੀਅਰ ਕਰਦੇ। ਆਈਏਐਸ ਦੇਖੋ ਕਿੱਡੀ ਤਕੜੀ ਪੜ੍ਹਾਈ ਹੈ ਇੰਡੀਆ ਦੇ ਵਿੱਚ। ਯੂਐਸ ਦਾ ਜਿਹੜਾ ਇਮਤਿਹਾਨ ਹੈ, ਯੂਪੀਐਸਸੀ ਦਾ, ਮਾਫ਼ ਕਰਨਾ। ਉਹਨਾਂ ਲੋਕਾਂ ਨੂੰ, ਜਿਹੜੇ ਲੋਕ ਐਡੇ-ਐਡੇ ਥੱਦੇ ਦਰਜਨਾਂ ਭਰੇ ਪ੍ਰਿੰਟ ਆਊਟ ਲੈ ਕੇ ਆਏ ਸੀਗੇ, ਆਪਦੀ ਤਿਆਰੀ ਕਰਕੇ ਆਏ ਸੀ ਔਰ ਉਹਨਾਂ ਦੀ ਗਿਣਤੀ 100ਵਾਂ ਦੇ ਵਿੱਚ ਸੀ। ਉਹਨਾਂ ਲੋਕਾਂ ਨੂੰ ਸਾਡੇ 11 ਜਣਿਆਂ ਨੇ ਸਿਰਫ ਇਹ ਗੱਲ ਕਹਿ ਕੇ ਕਿ ਅਸੀਂ ਕਦੋਂ ਕਿਹਾ ਕਿ ਤੁਸੀਂ ਸਾਡੀਆਂ 17 ਲੱਖ ਕਰੋੜ ਦੀਆਂ ਫਸਲਾਂ ਲੈ ਕੇ ਘਰੇ ਰੱਖ ਲਓ, ਵੇਚੋ ਉਹਨਾਂ ਨੂੰ। ਵਪਾਰੀ ਵੀ ਤਾਂ ਵੇਚੂਗਾ ਹੀ, ਜੇ 17 ਲੱਖ ਕਰੋੜ ਦੀਆਂ ਲਓਗੇ ਤਾਂ 18 ਦੀਆਂ ਤਾਂ ਵਿਕਣਗੀਆਂ, 19 ਦੀਆਂ ਤਾਂ ਵਿਕਣਗੀਆਂ। ਵਪਾਰੀ ਵੀ ਤਾਂ ਇਹੀ ਗੱਲ, ਇੰਨੇ ਪੈਸੇ ਤਾਂ ਹੀ ਲਾ ਰਿਹਾ ਵਾ। ਜੇ ਚਲੋ ਅੱਡ-ਅੱਡ ਲਾ ਰਹੇ ਨੇ, ਕੋਈ ਕਣਕ ਖਰੀਦਦਾ, ਕੋਈ ਝੋਨਾ ਖਰੀਦਦਾ, ਕੋਈ ਸੋਇਆ ਬੀਨ ਖਰੀਦਦਾ, ਕੋਈ ਸੂਰਜਮੁਖੀ ਖਰੀਦਦਾ, ਕੋਈ ਗੰਨਾ ਖਰੀਦਦਾ, ਕੋਈ ਨਾ ਕੋਈ। ਇਸ ਇਸ ਤਰਕ ਦਾ ਕੋਈ ਤੋੜ ਨਹੀਂ ਸੀਗਾ। ਇਹ ਉਹਨਾਂ 'ਚ ਸਮਰੱਥਾ ਸੀਗੀ। ਇਸੇ ਕਰਕੇ ਅਸੀਂ ਜਿੱਤੇ ਹਾਂ। ਠੀਕ ਹੈ, ਉਸ ਤੋਂ ਬਾਅਦ ਉਹ ਚੋਣਾਂ ਦੇ ਵਿੱਚ ਲੋਕ ਹਾਰੇ ਨੇ, ਲੋਕਾਂ ਨੇ ਉਹਨਾਂ ਨੂੰ ਸਿਆਸੀ ਤੌਰ ਤੇ ਕਿਉਂ ਨਹੀਂ ਅਪਣਾਇਆ, ਉਹ ਇੱਕ ਅਲੱਗ ਬਹਿਸ ਹੋ ਸਕਦੀ ਹੈ। ਪਰ ਇੱਥੇ ਵੀ ਇਹ ਚੀਜ਼ ਲਾਗੂ ਹੁੰਦੀ ਹੈ ਕਿ ਮਨਜਿੰਦਰ ਸਿਰਸਾ ਦੇ ਮਾਮਲੇ ਦੇ ਵਿੱਚ ਅਸੀਂ ਕਹਿੰਦੇ ਹਾਂ ਮਨਜਿੰਦਰ ਸਿਰਸਾ ਆਪਣੇ ਆਪ ਨੂੰ ਬੇਗੁਨਾਹ ਕਵੇ, ਲੱਖ ਵਾਰੀ ਕਵੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਜਿਸ ਤਰੀਕੇ ਨਾਲ ਦੂਜੇ ਲੋਕਾਂ ਦੀ ਥਾਂ ਤੇ ਈਡੀ ਇਨਵੋਲਵ ਹੋ ਜਾਂਦੀ ਹੈ, ਜਿਸ ਤਰੀਕੇ ਦੇ ਨਾਲ ਦੂਜੀਆਂ ਥਾਵਾਂ ਤੇ ਹੋਰ ਏਜੰਸੀਆਂ ਇਨਵੋਲਵ ਹੋ ਜਾਂਦੀਆਂ, ਇੱਥੇ ਕਿਉਂ ਨਹੀਂ ਹੁੰਦੀਆਂ? ਦੂਜੀ ਵੀਡੀਓ ਦੇ ਵਿੱਚ, ਜਿਹੜੀ 3 ਵੀਡੀਓਜ਼ ਵਾਇਰਲ ਹੋਈਆਂ ਨੇ ਇਸ ਮਾਮਲੇ ਦੇ ਵਿੱਚ, ਦੂਜੀ ਵੀਡੀਓ ਦੇ ਵਿੱਚ ਉਹ ਬੰਦਾ ਦਾਅਵਾ ਕਰਦਾ ਹੈ ਕਿ ਇਹ ਬੰਦੇ ਆਪਾਂ ਨੂੰ, ਜਿਸ ਕਿਸੇ ਦਾ ਵੀ ਉਹ ਨਾਂ ਲੈ ਰਿਹਾ, ਕਿ ਪਹਿਲਾਂ ਆਪਾਂ ਨੂੰ 100 ਕਰੋੜ ਪਾਉਣਗੇ, ਉਸ ਤੋਂ ਬਾਅਦ ਜਦੋਂ ਸੈਟਲਮੈਂਟ ਹੋ ਜੂਗੀ ਫਿਰ 250 ਕਰੋੜ ਪਾਉਣਗੇ। ਨਰਿੰਦਰ ਤੋਮਰ ਦਾ ਮੁੰਡਾ ਇਹ ਗੱਲ ਕਹਿੰਦਾ ਹੈ ਕਿ ਜਦੋਂ ਵੀ ਪਹਿਲਾਂ ਤਾਂ ਉਹ ਕਹਿੰਦਾ 2020 ਦੇ ਵਿੱਚ ਦੀਪ ਸਿੰਘ ਦੇ ਕਹਿਣ ਦੇ ਮੁਤਾਬਕ ਕਿ 2020 ਦੇ ਵਿੱਚ ਉਹ ਕਹਿੰਦਾ ਕਿ ਸਾਡੇ ਕੋਲ ਪੈਸਾ ਨਹੀਂ ਕੰਪਨੀਆਂ ਚਲਾਉਣ ਵਾਸਤੇ। ਪਰ 2023 ਦੇ ਵਿੱਚ ਅਜਿਹਾ ਕੀ ਹੋਇਆ ਕਿ ਉਹ ਬੰਦਾ ਹਜ਼ਾਰਾਂ ਕਰੋੜਾਂ ਰੁਪਏ ਦੀ ਡੀਲ ਕਰਨ ਲੱਗ ਪਿਆ ਔਰ ਜਗਮਨਦੀਪ ਦੇ ਕਹਿਣ ਦੇ ਮੁਤਾਬਕ ਇਹ 10,000 ਕਰੋੜ ਦੀ ਡੀਲ ਦਾ ਮਾਮਲਾ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਮਨਜਿੰਦਰ ਸਿੰਘ ਸਿਰਸਾ ਦੋਸ਼ੀ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਸਰਨਾ ਸਹੀ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਨਰਿੰਦਰ ਤੋਮਰ ਦਾ ਮੁੰਡਾ ਗਲਤ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਨਰਿੰਦਰ ਤੋਮਰ ਸਹੀ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਜਗਮਨਦੀਪ ਦੀਆਂ ਵੀਡੀਓ ਸਹੀ ਹੈ। ਪਰ ਆਪਾਂ ਇਹ ਤਾਂ ਕਹਿ ਸਕਦੇ ਨਾ ਕਿ ਜਾਂਚ ਤਾਂ ਹੋਵੇ ਨਾ। ਸੋ ਇਸ ਮਾਮਲੇ ਨੇ ਚੰਗੀ ਤਰਥੱਲੀ ਮਚਾਈ ਹੋਈ ਆ, ਪਰ ਇਹ ਮਾਮਲਾ ਮਨੀ ਲਾਂਡਰਿੰਗ ਤੋਂ ਹੁੰਦਾ ਹੋਇਆ ਹੁਣ ਪੰਥਕ ਸਫਾ ਦੇ ਵਿੱਚ ਵੀ ਹੈ, ਕਿਉਂਕਿ ਜਗਮਨਦੀਪ ਸਿੰਘ ਜਿਹੜੇ ਬੰਦੇ ਨੇ ਮੂਹਰੇ ਆ ਕੇ ਇਹ ਗੱਲ ਕਹੀ ਹੈ ਕਿ ਮੈਂ ਕੈਨੇਡਾ ਦੇ ਵਿੱਚ ਗਾਂਜੇ ਦੀ ਖੇਤੀ ਕਰਦਾ ਵਾਂ, ਮੇਰਾ ਕਾਰੋਬਾਰ ਹੈ ਤੇ ਮੈਨੂੰ ਮਨਜਿੰਦਰ ਸਿਰਸਾ ਦੇ ਰਾਹੀਂ ਇਹ ਜਿਹੜੀਆਂ ਟ੍ਰਾਂਜੈਕਸ਼ਨਸ, ਜਿਹਨੂੰ ਆਪਾਂ ਬੈਂਕਿੰਗ ਭਾਸ਼ਾ ਦੇ ਵਿੱਚ ਕਹਿ ਦਿੰਦੇ ਹਾਂ, ਉਹ ਹੁੰਦੀਆਂ ਰਹੀਆਂ ਨੇ। ਹੁਣ ਇਸ ਮਾਮਲੇ ਤੇ ਬਹੁਤ ਜ਼ਿਆਦਾ ਤਰਥੱਲੀ ਮੱਚੀ ਹੋਈ ਹੈ। ਪਹਿਲਾਂ ਇਸ ਮਾਮਲੇ ਨੂੰ ਜਿਹੜੇ ਉੱਥੋਂ ਦੇ ਐਨਾਲਿਸਟ ਸੀਗੇ, ਉਹ ਇੱਕ ਮਨੀ ਲਾਂਡਰਿੰਗ ਦੇ ਮਾਮਲੇ ਨਾਲ ਜੋੜ ਕੇ ਦੇਖ ਰਹੇ ਸੀ, ਕਿਉਂਕਿ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਦੇ ਮੁੰਡੇ ਦੇ ਨਾਲ ਜੁੜਿਆ ਹੋਇਆ ਸੀਗਾ। ਪਰ ਉਸ ਤੋਂ ਬਾਅਦ ਜਿਵੇਂ ਸਰਨਾ ਦਾ ਨਾਮ ਆਉਂਦਾ ਤੇ ਮਾਮਲਾ ਪੰਥਕ ਸਫਾ ਦੇ ਵਿੱਚ ਵੀ ਫਿਰ ਉਸੇ ਤਰੀਕੇ ਨਾਲ ਹੀ ਗੂੰਜ ਪਾਉਂਦਾ ਹੈ, ਉਸੇ ਤਰੀਕੇ ਨਾਲ ਹੀ ਫਿਰ ਇਸ ਮਾਮਲੇ ਤੇ ਚਰਚਾ ਆਉਂਦੀ ਹੈ। ਸੋ ਹੁਣ ਮਨਜਿੰਦਰ ਸਿਰਸਾ ਨੇ ਇਹ ਗੱਲ ਕਹੀ ਹੈ ਕਿ ਜੇਕਰ ਦੋਸ਼ਾਂ ਬਾਰੇ ਸਬੂਤ ਹੈ ਤਾਂ ਉਹ ਪੇਸ਼ ਕੀਤੇ ਜਾਣ। ਉਹਨਾਂ ਕਿਹਾ ਕਿ ਕੁਝ ਲੋਕ ਆਪਣੀ ਚੌਧਰ ਚਮਕਾਉਣ ਖਾਤਰ ਬੇਬੁਨਿਆਦ ਤੇ ਬੇਲੋੜੇ ਦੋਸ਼ ਲਾ ਰਹੇ ਨੇ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਆਪਾਂ ਥੋੜਾ ਜਿਹਾ ਵੱਧ ਲੈ ਗਏ, ਉਹਦੇ ਲਈ ਮਾਫੀ। ਤੇ ਅਗਲੀ ਪੇਸ਼ਕਸ਼
ਪ੍ਰੋਗਰਾਮ ਅਪਡੇਟ ਅਮਰੀਕਾ, ਜਿਸ ਦੇ ਵਿੱਚ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਪੰਜਾਬੀ ਰੇਡੀਓ ਯੂਐਸਏ ਦੀ ਟੀਮ ਨੇ ਮੋਡੈਸਟੋ ਸੀਰੀਜ਼ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜੇ ਲੰਘੇ ਦਿਨੀ ਧਾਰਮਿਕ ਸਮਾਗਮ ਹੋਏ ਨੇ ਤੇ ਉਹਨਾਂ ਸਮਾਗਮਾਂ ਦੀ ਜਿਹੜੀ ਉਹ ਕਵਰੇਜ ਕੀਤੀ ਹੈ, ਉਸ ਬਾਬਤ ਇੱਕ ਰਿਪੋਰਟ ਵੀ ਤੁਸੀਂ ਦੇਖੋਗੇ ਪੰਜਾਬੀ ਰੇਡੀਓ ਯੂਐਸਏ ਤੇ ਇਹਦੇ ਨਾਲ ਸੋਸ਼ਲ ਮੀਡੀਆ ਜਿਹੜੇ ਪੰਜਾਬੀ ਰੇਡੀਓ ਯੂਐਸਏ ਦੇ ਪਲੇਟਫਾਰਮ ਨੇ, ਫੇਸਬੁੱਕ ਅਤੇ ਚਾਹੇ ਉਹ YouTube ਚੈਨਲ ਹੈ, ਉਹਦੇ ਤੇ ਉਹ ਕਵਰੇਜ ਜਿਹੜੀ ਹੈ ਸਾਰੀ ਪਾਈ ਹੋਈ ਆ। ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ, ਉਹਦੇ ਤੇ ਅਪਲੋਡਡ ਹੈ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।